तो देश ਨੂੰ कोई नहीं टुटिया महाराज और तुसी ना स्टेट तोड़ती और प्रेसिडेंट रूल ला के विधान सभा ਦਾ देश संविधान ਦੀਆਂ ਧੱਜੀਆਂ ਲਾਈਆਂ संविधान ਦੀਆਂ ਧੱਜੀਆਂ ਲਾਈਆਂ हिंदू महासभा ਤੇ ਇਕੱਠੀ ਬਣੀ ਹੈ ਤੁਹਾਡੀ ਮੁਸਲਿਮ ਲੀਗ ਇਹ ਦੋਨਾਂ ਦਾ ਜਨਮ ਇਕੱਠਾ ਹੋਇਆ ਕਾਂਗਰਸ ਸਾਹਿਬ ਦੇ ਨਾਲ ਨਹੀਂ ਜਨਮ ਹੋਇਆ ਹੈ ਮੁਸਲਿਮ ਲੀਗ ਤੇ ਜਿਹੜੀ ਹਿੰਦੂ ਮਹਾਸਭਾ ਇਕੱਠੀਆਂ ਜੰਮੀਆਂ ਨੇ और दोनों ने रल के ये खेड खेडी है सारी जे वो इकट्ठियां बन गया तुसी मुस्लिम लीग वाल क्यों जा रहे हो और ਤੁਹਾਡੇ ਹੀ ਸਾਬਰਕਾਰ ਬੁਲਬੁਲ ਤੇ ਚੜ ਕੇ ਆਉਂਦੇ ਸੀ ਹੋਰ ਕੋਈ ਨਹੀਂ ਸੀ ਆਉਂਦਾ ਤੇ ਉਹ ਬੁਲਬੁਲ ਤੋਂ ਜੇਲ੍ਹ 'ਚ ਚੱਲ ਜਾਂਦੇ ਸੀ ਚਲੋ ਮੈਂ ਨਹੀਂ ਚਾਹੁੰਦਾ ਇੱਕ ਮਿੰਟ ਗੱਲ ਇਹ ਹੈ ਵੀ ਜਦੋਂ तमाम ਧਿਰਾਂ ਬਾਈਕਾਟ ਕਰ ਰਹੀਆਂ ਨੇ ਮਤਲਬ ਉਹ ਕਿਸੇ ਗੱਲ ਨੂੰ ਲੈ ਕੇ ਕਿਸੇ ਬਿਨਾਹ ਦੇ ਉੱਤੇ ਕਰ ਰਹੀਆਂ ਹੋਣਗੀਆਂ ਕਮਲੀਆਂ ਤਾਂ ਹੋਣਗੀਆਂ ਨਹੀਂ ਨਾਲ ਇਹ ਕਿੰਨਾ ਇਹ ਕੋਈ ਮਸਲਾ ਹੀ ਨਹੀਂ ਹੈਗਾ ਪ੍ਰਧਾਨ ਮੰਤਰੀ ਸਾਹਿਬ ਨੇ ਬਿਲਡਿੰਗ ਬਣਵਾਈ ਉਹਨਾਂ ਨੂੰ ਬੜਾ ਚਾਅ ਹੈ ਕਿ ਨਵੀਂ ਬਿਲਡਿੰਗ ਦਾ ਮੈਂ ਉਦਘਾਟਨ ਕਰਾਂ ਤੇ ਅਸੀਂ ਉਹਨਾਂ ਦਾ ਚਾਅ ਕਿਉਂ ਖਰਾਬ ਕਰ ਅਸੀਂ ਸਿਰਫ ਤੇ ਸਿਰਫ ਸਾਡਾ ਜਿਹੜਾ ਵਿਰੋਧ ਹੈਗਾ ਉਹ ਇਸ ਗੱਲ ਦਾ ਹੈ ਵੀ ਜਿਹੜੀ ਇਹ ਤੁਸੀਂ ਹੁਣ ਨਵੀਂ ਪਾਰਲੀਮੈਂਟ ਬਣਾਈ ਹੈ ਇੱਕ ਤਾਂ ਸਾਡੀ ਪੁਰਾਣੀ ਪਾਰਲੀਮੈਂਟ ਦੇ ਵਿੱਚ ਵੀ ਕੋਈ ਨੁਕਸ ਨਹੀਂ ਸੀਗਾ ਜੀ ਉਹ ਇੱਕ ਬੜੀ ਇਤਿਹਾਸਕ ਬਿਲਡਿੰਗ ਹੈ ਅਸੀਂ ਇਹ ਕਹੀਏ ਵੀ ਅਸੀਂ ਅੰਗਰੇਜ਼ਾਂ ਵਾਲਾ ਸਿਸਟਮ ਖਤਮ ਕਰਤਾ ਜੋ ਅੰਗਰੇਜ਼ਾਂ ਵੇਲੇ ਬਣੀ ਸੀ ਫਿਰ ਤਾਂ ਸਾਰੀ ਦਿੱਲੀ ਢਾਹ ਦਿਓ ਸਾਡਾ ਵਿਰੋਧ ਤੇ ਵਿਰੋਧ ਸਿਰਫ ਉਹਦੀ ਪਹਿਲਾਂ ਅਸੀਂ ਉਸ ਦਾ ਵਿਰੋਧ ਵੀ ਕਰਦੇ ਸੀਗੇ ਨਵੀਂ ਬਿਲਡਿੰਗ ਦਾ ਬਿਲਕੁਲ ਅਸੀਂ ਇਸ ਗੱਲ ਤੋਂ ਕੋਈ ਇਹਦੇ ਲੁਕ ਛਿਪ ਕੇ ਗੱਲ ਨਹੀਂ ਕਰਦੇ ਹੁਣ ਉਹਦੇ ਅਸੀਂ ਜੇ ਕਹਿੰਦੇ ਚਲੋ ਬਣਾ ਲਈ ਉਦਘਾਟਨ ਤਾਂ ਘੱਟੋ ਘੱਟ ਜਿਹੜਾ ਸਾਡਾ ਫਸਟ ਸਿਟੀਜ਼ਨ ਆਫ ਇੰਡੀਆ ਰਾਸ਼ਟਰਪਤੀ ਹੈ ਹੱਕ ਬਣਦਾ ਵੀ ਉਹ ਤੋਂ ਕਰਾਇਆ ਜਾਵੇ ਕੱਲ ਤੱਕ ਜਿਹੜੇ ਤੁਹਾਡੇ ਨਾਲ ਸੀ ਕਿ ਸੰਵਿਧਾਨਕ ਅਹੁਦਿਆਂ ਦੇ ਉੱਤੇ ਤੁਹਾਡੀ ਪਾਰਟੀ ਦੀ ਸਰਕਾਰ ਦੇ ਨਾਲ ਰਹੇ ਹਰਦੀਪ ਪੁਰੀ ਹੋਰਾਂ ਨੇ ਜਦੋਂ ਟਵੀਟ ਕੀਤਾ ਉਹਨਾਂ ਨੇ ਕਿਹਾ ਜਦੋਂ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਹੋਰਾਂ ਨੇ ਵੱਖ-ਵੱਖ ਇਮਾਰਤਾਂ ਦੇ ਇਸ ਨਾਲ ਅਲਾਈਡ ਇਮਾਰਤਾਂ ਦੇ ਉਦਘਾਟਨ ਕੀਤੇ ਸੀਗੇ ਉਦੋਂ ਮਾਣ ਮਰਿਆਦਾ ਕਿੱਥੇ ਗਈ ਸੀ ਕਿਸੇ ਹੋਰ ਛੋਟੀ ਗੱਲ ਦਾ ਉਦਘਾਟਨ ਕਰਦਾ ਉਹਨੂੰ ਇਹਦੇ ਨਾਲ ਜੇ ਆਪਾਂ ਮੇਚ ਕੇ ਦੇਖਦੇ ਹਾਂ ਹਰਦੀਪ ਹੁਣੀ ਜਿਹੜੇ ਐਡੇ ਸੀਨੀਅਰ ਅਫਸਰ ਹੈ ਇਹ ਉਹਨਾਂ ਦੀ ਮਾਨਸਿਕਤਾ ਦਰਸਾਉਂਦਾ ਉਹ ਤਾਂ ਇੱਕ ਛੋਟੇ ਮਾਮਲੇ ਹੁੰਦੇ ਆ ਉਹਦੇ ਵਿੱਚ ਇੱਕ ਲਾਇਬ੍ਰੇਰੀ ਬਣ ਰਹੀ ਉਹਦੇ ਵਿੱਚ ਇੱਕ ਅਸੀਂ ਬੁੱਤ ਲਾ ਰਹੇ ਆ ਉਹਨਾਂ ਗੱਲਾਂ ਨੂੰ ਨਾਲ ਇਸ ਦੇ ਜੋੜ ਕੇ ਇੱਕ ਟੋਟਲ ਤੁਸੀਂ ਬਿਲਡਿੰਗ ਚੇਂਜ ਕਰਤੀ ਪੀਰ ਮੁਹੰਮਦ ਸਾਹਿਬ ਇੱਕ ਗੱਲ ਦੱਸ ਦੇਣ ਵੀ ਅਕਾਲ ਤਖਤ ਦੇ ਜਥੇਦਾਰ ਦੀ ਸਾਡੇ ਵਾਸਤੇ ਪ੍ਰੈਜ਼ੀਡੈਂਟ ਨਾਲੋਂ ਵੀ ਵੱਡਾ ਉਹਦਾ ਹੁੰਦਾ 94 ਦੇ ਵਿੱਚ ਜੋ ਇਹਨਾਂ ਨੇ ਜਦੋਂ ਅਕਾਲ ਤਖਤ ਦੇ ਪ੍ਰੋਫੈਸਰ ਮਨਜੀਤ ਸਿੰਘ ਨੇ ਛੱਡਿਆ ਸੀ 6 ਘੰਟੇ ਬਾਥਰੂਮ 'ਚ ਅਕਾਲੀ ਦਲ ਬਾਦਲ ਨੇ ਬੰਦ ਕਰਕੇ ਰੱਖਿਆ ਉਹ ਦੱਸ ਰਹੇ ਇਹਨਾਂ ਨੇ ਕਿੰਨੀ ਕੁ ਅਕਾਲ ਤਖਤ ਦੀ ਮਰਿਆਦਾ ਰੱਖੀ ਸੀ ਕੀ ਅੱਜ ਅਗਰ ਨਵੀਂ ਸੰਸਦ ਦਾ ਉਦਘਾਟਨ ਹੋ ਰਿਹਾ ਨਵੀਂ ਸੰਸਦ ਬਣ ਰਹੀ ਆ ਕੀ ਉਹ ਸੰਸਦ ਦਾ ਉਦਘਾਟਨ ਰਾਸ਼ਟਰਪਤੀ ਜੀ ਨੂੰ ਨਹੀਂ ਕਰਨਾ ਚਾਹੀਦਾ ਸੀ ਕੀ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਦੇਣਾ ਚਾਹੀਦਾ ਸੀ ਇਹ ਇੱਕ ਬੜਾ ਵੱਡਾ ਸਵਾਲ ਹੈ ਕਿਉਂਕਿ ਬੀਜੇਪੀ ਸੰਵਿਧਾਨ ਦੀ ਉਲੰਘਣਾ ਕਰਨਾ ਚਾਹੁੰਦੀ ਹੈ ਬੀਜੇਪੀ ਲੋਕਤੰਤਰ ਦੀ ਉਲੰਘਣਾ ਜਮਹੂਰੀਅਤ ਦਾ ਖਤਮ ਕਰਨਾ ਚਾਹੁੰਦੀ ਹੈ ਬੀਜੇਪੀ ਰਾਸ਼ਟਰਪਤੀ ਸਾਹਿਬ ਨੂੰ ਨੀਵਾਂ ਦਿਖਾਉਣਾ ਚਾਹੁੰਦੀ ਹੈ ਅੱਜ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਦਾ ਸਵਾਲ ਨਹੀਂ ਹੈ ਅੱਜ ਸਵਾਲ ਇਹ ਹੈ ਕਿ ਅਸੀਂ ਭਾਰਤੀ ਸੰਵਿਧਾਨ ਨੂੰ ਬਚਾਉਣ ਦੇ ਲਈ ਆਰਟੀਕਲ 79 ਨੂੰ ਬਚਾਉਣ ਦੇ ਲਈ ਅਸੀਂ ਕਿਸ ਜਮਾਤ ਦਾ ਸਾਥ ਦੇ ਰਹੇ ਹਾਂ ਉਹ ਲੋਕ ਹੈ ਜਿਹੜਿਆਂ ਨੇ ਗਵਰਨਰ ਸਾਹਿਬ ਨੂੰ ਕਦੇ ਇੱਜ਼ਤ ਨਹੀਂ ਦਿੱਤੀ ਰਾਸ਼ਟਰਪਤੀ ਦੇ ਨੁਮਾਇੰਦੇ ਨੂੰ ਤੇ ਅੱਜ ਆ ਕੇ ਕਹਿੰਦੇ ਇਹਦੀ ਰਾਸ਼ਟਰਪਤੀ ਨੂੰ ਅਸੀਂ ਇੱਜ਼ਤ ਦਿੰਦੇ ਆ ਸੋਨੀਆ ਗਾਂਧੀ ਜਿਹੜੇ ਸੰਸਦ ਸੀ ਰਾਹੁਲ ਗਾਂਧੀ ਜਿਹੜਾ ਸੰਸਦ ਸੀ ਮੁੱਖ ਮੰਤਰੀ ਦੇ ਸਾਹਮਣੇ ਜਿਹਦੀ ਕੋਈ ਔਕਾਤ ਨਹੀਂ ਉਹ ਬੰਦੇ ਜਿਹੜੇ ਉਦਘਾਟਨ ਕਰਦੇ ਤੇ ਉਹ ਕਾਂਗਰਸ ਸਾਨੂੰ ਦੱਸ ਰਹੀ ਅੱਜ ਔਰ ਇਹ ਉਹ ਲੋਕ ਹੈ ਜਿਹੜੇ ਪਹਿਲਾਂ ਜਦੋਂ ਸਟੈਚੂ ਆਫ ਲਿਬਰਟੀ ਬਣਿਆ ਸੀ ਸਾਰਿਆਂ ਨੂੰ ਤੁਹਾਨੂੰ ਸਮਝਾਇਆ ਸੀ ਤੁਹਾਡੇ ਵੀ ਚੈਨਲ ਤੇ ਆ ਕੇ ਕਹਿੰਦਾ ਰਿਹਾ ਮੈਂ ਭਾਈ ਉਹ ਸੈਰਗਾ ਹੈ ਆਪਦੇ ਪੈਸੇ ਆਪ ਕੱਢਦੀ ਹੈ ਤੇ ਅੱਜ ਚਾਚੇ ਨਹਿਰੂ ਦੇ ਸਟੈਚੂ ਬਣਾਈ ਜਾਂਦੇ ਸਾਰੇ ਰਾਜਸਥਾਨ 'ਚ ਕਾਂਗਰਸ ਔਰ ਐਸੇ ਮੌਕੇ ਤੇ ਨਵੇਂ ਸੰਸਦ ਭਵਨ ਦਾ ਜਿਹੜਾ ਸੁਨੇਹਾ ਹੈ ਸਾਰੇ ਵਿਸ਼ਵ ਨੂੰ ਜਾਣਾ ਚਾਹੀਦਾ ਹੈ ਕਿ ਭਾਰਤ ਬਹੁਤ ਮਜ਼ਬੂਤ ਹੈ ਔਰ ਅਸੀਂ ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਾਂ ਔਰ ਇਸ ਚੀਜ਼ ਨੂੰ ਜੇ ਨਹੀਂ ਉਹ ਜਿਹੜੇ ਤੁਹਾਡੇ 550 ਲੋਕ ਸਭਾ ਮੈਂਬਰ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੋਇਆ ਇਨੈਗਰੇਸ਼ਨ ਉਹ ਸੁਨੇਹਾ ਨਹੀਂ ਦਊਗਾ ਨਹੀਂ ਬਿਲਕੁਲ ਜੇ ਸਧਾਰਨ ਸਮਾਗਮ ਨਾਲ ਜੇ ਹੁੰਦਾ ਉਹਦੇ ਇੱਕ ਵੱਖਰਾ ਮਾਇਨੇ ਹੈ ਪਰ ਜਿਸ ਤਰੀਕੇ ਨਾਲ ਵਿਸ਼ਵ ਪੱਧਰ ਤੇ ਗੱਲ ਹੋਣੀ ਹੈ ਨਹੀਂ ਵਿਸ਼ਵ ਪੱਧਰ ਤੇ ਗੱਲ ਹੋ ਗਈ ਸੁਨੇਹਾ ਚਲਾ ਗਿਆ 21 ਧਿਰਾਂ ਨੇ ਬਾਈਕਾਟ ਕਰਤਾ ਹੁਣ ਕੀ ਸੁਨੇਹਾ ਜਾਊਗਾ ਇੱਕ ਤਾਂ ਮੈਸੇਜ ਇੱਕ ਦੇਣਾ ਸੀ ਉਹ ਮੈਸੇਜ ਅਸੀਂ ਕੀ ਦੇ ਰਹੇ ਹਾਂ 200 ਤੋਂ ਵੱਧ ਐਮਪੀ ਤਾਂ ਤੁਹਾਡੇ ਬਗਾਵਤ ਖਿਲਾਫ ਹੋ ਗਏ 11 ਸਟੇਟਾਂ ਖਿਲਾਫ ਹੈ ਤੇ ਆਪਾਂ ਮੈਸੇਜ ਕੀ ਦੇ ਰਹੇ ਹਾਂ ਹੰਕਾਰ ਤਾਂ ਇਹੀ ਹੈ ਤੁਸੀਂ ਰਾਸ਼ਟਰਪਤੀ ਤੋਂ ਕਰਾ ਲਓ ਮੂੰਹ ਬੰਦ ਕਰ ਦਿਓ 21 ਬੰਦਿਆਂ 21 ਪਾਰਟੀਆਂ ਦਾ ਤੁਹਾਨੂੰ ਕੋਈ ਪ੍ਰੋਬਲਮ ਕੀ ਹੈ ਤੁਸੀਂ ਇਹ ਕੋਈ ਈਗੋ ਹੈ ਹੰਕਾਰ ਕਿਉਂ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਸਪੋਕਸਮੈਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ ਨਵੀਂ ਸੰਸਦ ਤੇ ਹੋ ਰਹੀ ਸਿਆਸਤ ਬਾਬਤ ਗੱਲ ਕਰਾਂਗੇ ਕਿ ਇਸ ਵਿਸਟਾ ਪ੍ਰੋਜੈਕਟ ਨੂੰ ਲੈ ਕੇ
ਜਿਹੜਾ तमाम 21 ਵਿਰੋਧੀ ਧਿਰਾਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਹੈ, ਉਹਦੇ ਮਾਇਨੇ, ਮਕਸਦ, ਮੰਤਵ ਕੀ ਨੇ? ਕਿਉਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ? ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਕੁਝ ਦਿਨਾਂ ਬਾਅਦ 28 ਤਰੀਕ ਨੂੰ ਇਸ ਦਾ ਉਦਘਾਟਨ ਕਰਨਾ ਹੈ। ਅਮਿਤ ਸ਼ਾਹ ਹੋਰੀ ਕਹਿੰਦੇ ਕਿ ਅਸੀਂ ਸੱਦਾ ਸਭ ਨੂੰ ਦਿੱਤਾ ਹੈ, ਪਰ ਕੋਈ ਕਹਿੰਦਾ ਕਿ ਸੱਦਾ ਮਿਲਿਆ ਨਹੀਂ ਤੇ ਕੋਈ ਕਹਿੰਦਾ ਰਾਸ਼ਟਰਪਤੀ ਤੋਂ ਕਿਉਂ ਨਹੀਂ ਉਦਘਾਟਨ ਕਰਵਾਇਆ ਗਿਆ। ਸਰਕਾਰ ਵਾਲੇ ਪੱਖ ਪੇਸ਼ ਕਰਦੇ ਹੈ ਕਿ ਜਦੋਂ ਆਪ ਤੁਸੀਂ ਆਪਣੇ ਰਾਜ ਦੇ ਵਿੱਚ ਆਪਣੇ ਪ੍ਰਧਾਨ ਮੰਤਰੀਆਂ ਤੋਂ ਇਹ ਕਾਰਜ ਕਰਾਉਂਦੇ ਰਹੇ ਤੇ ਸਾਡੇ ਵੇਲੇ ਕਿੰਤੂ ਪਰੰਤੂ ਕਿਉਂ ਹੈ। ਸੋ ਇਸ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਕਰਾਂਗੇ। तमाम ਜਿਹੜੇ ਮਹਿਮਾਨ ਨੇ ਉਹਨਾਂ ਦੇ ਨਾਲ ਇਸ ਵਿਸ਼ੇ ਤੇ ਚਰਚਾ ਕਰਾਂਗੇ। ਉਸ ਤੋਂ ਪਹਿਲਾਂ ਮੁਲਕ ਦੇ ਗ੍ਰਹਿ ਮੰਤਰੀ ਇਸ ਬਾਬਤ ਕੀ ਕਹਿ ਰਹੇ ਉਹ ਸੁਣ ਲੈਂਦੇ ਹਾਂ। इसमें मैंने पहले ही किया कि राजनीति को इसके साथ मत जोड़िए। एक बड़ी भावात्मक प्रक्रिया हमारी पुरानी परंपराओं से नए भारत को जोड़ने की, इसको इतने ही सीमित अर्थ में देखना चाहिए। राजनीति अपनी जगह पे चलती है। आत्मनिर्भरता के दौर पे तेजी से आगे बढ़ रहे इस देश का गौरव और लोकतंत्र का मंदिर, लोकसभा का हमारा संसद का भवन बन के तैयार है, उस पर जिस प्रकार की राजनीति हो रही है, मैं कांग्रेस पार्टी और अन्य विपक्षी दल से कहना चाहूंगा कि दोहरा चरित्र न दिखाए। और खास तौर से मैं उदाहरण जब देता हूं छत्तीसगढ़ से, तो छत्तीसगढ़ में हम देखते हैं किस प्रकार का चरित्र भूपेश बघेल और कांग्रेसी का दिखता है। सोनिया गांधी को बुलाया, राहुल गांधी को बुलाया, भूपेश बघेल खुद थे और सबकी उपस्थिति में छत्तीसगढ़ के विधानसभा का उन्होंने भूमि पूजन किया। और जिस प्रकार यहाँ के गवर्नर जो अनुसूचित जनजाति की है, उन गवर्नर को न पूछा गया न बताया गया। मुझे लगता है कि ये अपमान है अनुसूचित जनजाति के गवर्नर का। और आज जब भारतीय जनता पार्टी ने इस देश के सर्वोच्च स्थान पे सर्वोच्च सम्मान अनुसूचित जनजाति की महिला द्रौपदी मुर्मू जी को दिया, तो उनको ये पच नहीं रहा है। इसको राजनीति के चश्मे से देख रहे हैं और राजनीतिकरण कर रहे हैं, जो निश्चित रूप से उचित नहीं। ਜਦੋਂ ਸਾਰੀਆਂ ਧਿਰਾਂ ਕੁੱਲ ਮਿਲਾ ਕੇ ਇਸ ਦਾ ਵਿਰੋਧ ਕਰ ਰਹੀਆਂ ਸੀ ਕਿ ਅਸੀਂ ਨਹੀਂ ਸ਼ਾਮਲ ਹੋਵਾਂਗੇ ਉਸ ਪ੍ਰੋਜੈਕਟ ਦੇ ਵਿੱਚ, ਉਹਦੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਦਿੱਤੇ ਗਏ। ਹੈਰਾਨੀ ਉਦੋਂ ਹੋਈ ਜਦੋਂ ਕੁਝ ਧਿਰਾਂ ਜਿਹੜੀਆਂ ਕਿ ਪਿਛਲੇ ਸਮੇਂ ਦੇ ਵਿੱਚ ਨਾਰਾਜ਼ ਸੀਗੀਆਂ ਜਾਂ ਉਹਨਾਂ ਦੇ ਜਿਹੜੇ ਵਖਰੇਵੇਂ ਪੈਦਾ ਹੋਏ ਸੀਗੇ, ਉਹ ਸਾਥ ਦੇ ਰਹੇ ਨੇ। ਪੰਜਾਬ ਦੇ ਵਿੱਚੋਂ ਕਾਂਗਰਸ ਨੇ ਇਸ ਦਾ ਬਾਈਕਾਟ ਕੀਤਾ, ਆਮ ਆਦਮੀ ਪਾਰਟੀ ਨੇ ਕੀਤਾ, TMC ਭਾਵੇਂ ਕਿ ਬੰਗਾਲ ਆਧਾਰਿਤ ਪਾਰਟੀ ਹੈ ਪਰ ਪੰਜਾਬ ਦੇ ਵਿੱਚ ਆਧਾਰ ਰੱਖਦੀ ਹੈ। ਇੱਕ ਵੱਡੇ ਕਾਂਗਰਸ ਦੇ ਸਾਬਕਾ ਲੀਡਰ ਜਗਮੀਤ ਬਰਾੜ ਉਹਨਾਂ ਦੇ ਪ੍ਰਧਾਨ ਵੀ ਰਹਿ ਚੁੱਕੇ ਆ, ਉਹਨਾਂ ਨੇ ਵੀ ਬਾਈਕਾਟ ਕੀਤਾ। ਤੇ ਇਸ ਦਰਮਿਆਨ ਜਦੋਂ ਨੌ ਨਾਲੋਂ ਮਾਸ ਜਿਹੜਾ ਵੱਖ ਹੋ ਗਿਆ ਸੀ, ਮਾਸ ਤੋਂ ਨੌ ਉੱਚੜ ਗਿਆ ਸੀ, ਅਕਾਲੀ ਦਲ ਨੇ ਇਸ ਦਾ ਸਮਰਥਨ ਕੀਤਾ ਕਿ ਨਹੀਂ ਭਾਈ ਅਸੀਂ ਤਾਂ ਜਾਵਾਂਗੇ, ਜਿਵੇਂ 370 ਵੇਲੇ ਤੁਹਾਡਾ ਸਾਥ ਦਿੱਤਾ, ਤੁਹਾਡਾ ਸਾਥ ਦੇਵਾਂਗੇ, ਸਾਡੇ ਨਾਲ ਤੁਸੀਂ ਸਾਥ ਰੱਖਣਾ ਭਾਵੇਂ ਨਹੀਂ ਰੱਖਣਾ। ਦਲਜੀਤ ਚੀਮਾ ਹੋਰੀ ਇਸ ਬਾਬਤ कुछ बोले है। श्रोमणी अकाली दल ने ये फैसला किया है कि जो पार्लियामेंट की नई बिल्डिंग का उद्घाटन हो रहा है, उस फंक्शन में श्रोमणी अकाली दल के अध्यक्ष जो है वो शामिल होंगे। देश को नई पार्लियामेंट मिल रही है, ये सारे देश के लिए बहुत खुशी का समय। हम नहीं चाहते कि ऐसे समय पे कोई राजनीति की जाए। जो लोग ये कह रहे हैं कि राष्ट्रपति के सम्मान का सवाल है, तो मैं उनसे पूछना चाहता हूं कि पंजाब में आम आदमी पार्टी की गवर्नमेंट है, तो केजरीवाल साहब बताएं कि जिस दिन राष्ट्रपति जी पंजाब भवन चंडीगढ़ में आए थे, तो उनके मुख्यमंत्री हाजिर क्यों नहीं हुए? हमारे गवर्नर साहब को पॉइंट आउट करना पड़ा कि उनको आना चाहिए था। और जितनी इज्जत गवर्नर साहब जो नुमाइंदे हैं राष्ट्रपति के, उनको हमारे चीफ मिनिस्टर देते हैं, ये भी सबको मालूम। और जितना संविधान का सम्मान कांग्रेस ने किया एमरजेंसी। ਸੋ ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰਫ ਕਰਵਾਉਂਦਾ ਹੈ ਚਰਚਾ 'ਚ ਉਹਨਾਂ ਦਾ ਇਸਤਕਬਾਲ ਕਰਾਂਗੇ ਤੇ ਚਰਚਾ ਨੂੰ ਅੱਗੇ ਵਧਾਵਾਂਗੇ। ਸੁਖਦੇਵ ਸਿੰਘ ਜੀ ਕਾਂਗਰਸ ਤੋਂ ਤਸ਼ਰੀਫ ਲੈ ਕੇ ਆਏ, ਜਨਾਬ ਜੀਓ ਆਏ ਨੂੰ। ਗੋਵਿੰਦਰ ਮਿੱਤਲ ਸਾਹਿਬ ਆਮ ਆਦਮੀ ਪਾਰਟੀ ਸੱਤਾ ਧਿਰ ਤੋਂ ਆਪਣੀ ਗੱਲਬਾਤ ਰੱਖਣਗੇ, ਇਸਤਕਬਾਲ ਹੈ ਜੀ। ਪੀਰ ਮੁਹੰਮਦ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ ਪੱਖ ਪੇਸ਼ ਕਰਨਗੇ, ਤੁਹਾਡਾ ਸਵਾਗਤ ਹੈ। ਭਾਜਪਾ ਤੋਂ ਸਾਡੇ ਨਾਲ ਕੁਲਦੀਪ ਧਾਲੀਵਾਲ ਸਾਹਿਬ ਜੁੜਿਆ, ਤੁਹਾਡਾ ਵੀ ਇਸ ਚਰਚਾ ਦੇ ਵਿੱਚ ਹਾਰਦਿਕ ਸਵਾਗਤ ਹੈ। ਪੀਰ ਮੁਹੰਮਦ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਬਾਕੀ ਧਿਰਾਂ ਕੋਲ ਜਾਵਾਂ,
ਉਹਨਾਂ ਦਾ ਬਾਈਕਾਟ ਹੀ ਕੀਤਾ, ਉਹਨਾਂ ਦਾ ਗੱਲ ਹੀ ਮੁਕਾਤੀ, ਵਰਕਾ ਹੀ ਪਾੜਤਾ। ਤੇ ਤੁਹਾਡੀ ਉਹ ਪਾਰਟੀ ਉਸ ਜਿਸ ਦਾ ਬਹੁਤ ਲੰਮਾ ਸਮਾਂ ਸਾਥ ਰਿਹਾ, ਇਹ ਉਸ ਸਾਥ ਦੇ ਵਿੱਚੋਂ ਨਿਕਲੀ ਹੋਈ ਹਮਾਇਤ ਹੈ ਜਾਂ ਮੁੜ ਤੋਂ ਇੱਕ ਸਬੰਧ ਬਣਾਉਣ ਦੀ, ਜਦੋਂ ਪਾਰਟੀ ਹਾਸ਼ੀਏ ਤੇ ਚਲੀ ਗਈ ਹੈ, ਜਦੋਂ ਜਲੰਧਰ ਜ਼ਿਮਨੀ ਚੋਣ ਹਾਰ ਗਏ, ਸੰਗਰੂਰ ਬਾਈ ਇਲੈਕਸ਼ਨ ਹਾਰ ਗਏ, ਤੇ ਜਦੋਂ ਉਹ ਸਥਿਤੀ ਬਣੀ ਸੀਗੀ ਕਿ ਯਾਰੀ ਲੱਗੀ ਤੋਂ ਲਵਾਤੇ ਤਖਤੇ ਕਿ ਟੁੱਟੀ ਤੋਂ ਚਗਾਠ ਪੱਟ ਲਈ, ਜਦੋਂ 2 ਸੀਟਾਂ ਦੇ ਬਾਵਜੂਦ ਵੀ ਤੁਹਾਨੂੰ ਕੇਂਦਰ ਦੀ ਵਜ਼ਾਰਤ ਦੇ ਵਿੱਚ ਲਿਆ ਸੀ, ਤੇ ਹੁਣ ਜਦੋਂ ਰਿਸ਼ਤਾ ਟੁੱਟਿਆ ਤੇ ਵਜ਼ਾਰਤ ਤੋਂ ਬਾਹਰ ਕਰ ਦਿੱਤਾ। ਸੋ ਇਹ ਸਭ ਦੇ ਦਰਮਿਆਨ ਮੁੜ ਤੋਂ ਉਹ ਝਾਕ ਹੈ ਕਿ ਇਸ ਵਿਸਾਖੀਆਂ ਦੇ ਉੱਤੇ ਚੜ੍ਹ ਕੇ ਹੀ ਆਪਣੀ ਸਿਆਸਤ ਵਾਲੀ ਨਈਆਂ ਨੂੰ ਪਾਰ ਲਾਈਏ ਤੇ ਬਿਨਾਂ ਮੰਗੇ ਜਾਨ ਨਾ ਪਹਿਚਾਨ ਹਮ ਤੁਮਾਰੇ ਮਹਿਮਾਨ ਵਾਲੀ ਸਥਿਤੀ ਦੇ ਵਿੱਚ ਆ ਕੇ ਸਮਰਥਨ ਦੇ ਦਿੱਤਾ। ਦੇਖੋ, ਇਹ ਆਪਣਾ ਨਜ਼ਰੀਆ ਹੈ, ਤੇ ਜੇ ਨੈਗੇਟਿਵ ਆਪਾਂ ਸੋਚ ਕੇ ਕੋਈ ਡਿਬੇਟ ਸ਼ੁਰੂ ਕਰਾਂਗੇ ਤਾਂ ਉਹਦੇ ਨੈਗੇਟਿਵ ਜਵਾਬ ਤਾਂ ਨਹੀਂ ਮੈਂ ਦਿਆਂਗਾ। ਮੈਂ ਪੋਜ਼ਿਟਿਵ ਗੱਲ ਕਰਾਂਗਾ, ਇਤਿਹਾਸਿਕ ਤੱਥਾਂ ਦੇ ਆਧਾਰ ਤੇ ਗੱਲ ਕਰਾਂਗਾ। ਇਤਿਹਾਸਿਕ ਤੱਥ ਕੀ ਕਹਿੰਦੇ ਨੇ ਕਿ ਦੇਖੋ, ਰਾਸ਼ਟਰਪਤੀ ਜਿਹੜਾ ਹੈ, ਦੇਸ਼ ਦਾ ਜਿਹੜਾ ਰਾਸ਼ਟਰਪਤੀ ਸਾਹਿਬ ਹੈ, ਉਹਦਾ ਅਹੁਦਾ ਜਿਹੜਾ ਹੈ ਬਹੁਤ ਵੱਡਾ ਮਹਾਨ ਹੈ ਜੀ, ਔਰ ਉਸ ਮਹਾਨ ਅਹੁਦੇ ਨੂੰ ਕਾਂਗਰਸ ਨੇ ਸਮੇਂ-ਸਮੇਂ ਬਹੁਤ ਬੁਰੀ ਤਰ੍ਹਾਂ ਉਸ ਨਾਲ ਖਿਲਵਾੜ। ਤੁਹਾਨੂੰ ਯਾਦ ਹੋਵੇਗਾ ਜਦੋਂ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਉੱਪਰ ਔਰ 37 ਹੋਰ ਗੁਰਧਾਮਾਂ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਤੁਰੰਤ ਬਾਅਦ ਗਿਆਨੀ ਜੈਲ ਸਿੰਘ ਜਿਹੜੇ ਉਸ ਰਾਸ਼ਟਰਪਤੀ ਸਨ ਜੀ, ਤੁਹਾਡੇ ਵਾਲੇ ਪਾਸਿਓਂ ਸੰਪਰਕ ਦੇ ਵਿੱਚ ਕੋਈ ਕਮੀ ਰਹੇਗੀ ਤੇ ਮੈਂ ਕਿਸੇ ਹੋਰ ਬੁਲਾਰੇ ਕੋਲ ਇਸ ਬਾਬਤ ਜਾਊਂਗਾ ਤੇ ਉਸ ਤੋਂ ਬਾਅਦ ਤੁਹਾਡਾ ਅਸੀਂ ਪੱਖ ਜ਼ਰੂਰ ਸੁਣਾਂਗੇ। ਸੁਖਦੇਵ ਸਿੰਘ ਜੀ, ਇਸ ਪਾਰਲੀਮੈਂਟ ਦਾ ਵਿਰੋਧ ਕਰਨ ਦਾ ਮਕਸਦ ਮੰਤਵ ਕੀ ਹੈ? ਜੇ ਇਸ ਦਾ ਬਾਈਕਾਟ ਕਰ ਰਹੇ ਹੋ, ਕੀ ਫਿਰ ਇਲੈਕਸ਼ਨ ਵੀ ਨਹੀਂ ਲੜੋਗੇ? ਕਿਉਂਕਿ ਚੁਣ ਕੇ ਤਾਂ ਇਸੇ ਸੰਸਦ ਦੇ ਵਿੱਚ ਜਾਣਾ, ਇੱਥੇ ਬਹਿਣਾ। ਦੇਖੋ, ਅਸੀਂ ਇਹ ਕਦੇ ਵੀ ਇਹ ਨਹੀਂ ਕਿਹਾ ਵੀ ਅਸੀਂ ਇਸ ਸੰਸਦ ਦਾ ਬਾਈਕਾਟ ਕਰ ਰਹੇ ਹਾਂ ਜਾਂ ਸੰਸਦ ਪ੍ਰਣਾਲੀ ਦਾ ਬਾਈਕਾਟ ਕਰ ਰਹੇ ਹਾਂ। ਅਸੀਂ ਤਾਂ ਇਹ ਕੁਰਬਾਨੀਆਂ ਦੇ ਕੇ ਬਣਾਈ ਹੈ, ਅਸੀਂ ਇਹਦਾ ਬਾਈਕਾਟ ਕਿਉਂ ਕਰਾਂਗੇ? ਅਸੀਂ ਸਿਰਫ ਤੇ ਸਿਰਫ ਸਾਡਾ ਜਿਹੜਾ ਵਿਰੋਧ ਹੈਗਾ ਉਹ ਇਸ ਗੱਲ ਦਾ ਹੈ ਵੀ ਜਿਹੜੀ ਇਹ ਤੁਸੀਂ ਹੁਣ ਨਵੀਂ ਪਾਰਲੀਮੈਂਟ ਬਣਾਈ ਹੈ, ਇੱਕ ਤਾਂ ਸਾਡੀ ਪੁਰਾਣੀ ਪਾਰਲੀਮੈਂਟ ਦੇ ਵਿੱਚ ਵੀ ਕੋਈ ਨੁਕਸ ਨਹੀਂ ਸੀਗਾ ਜੀ, ਉਹ ਇੱਕ ਬੜੀ ਇਤਿਹਾਸਿਕ ਬਿਲਡਿੰਗ ਹੈ। ਅਸੀਂ ਇਹ ਕਹੀਏ ਵੀ ਅਸੀਂ ਅੰਗਰੇਜ਼ਾਂ ਵਾਲਾ ਸਿਸਟਮ ਖਤਮ ਕਰਤਾ ਜੋ ਅੰਗਰੇਜ਼ਾਂ ਵੇਲੇ ਬਣੀ ਸੀ, ਫਿਰ ਤਾਂ ਸਾਰੀ ਦਿੱਲੀ ਢਾਹ ਦਿਓ। ਸਾਰੀ ਦਿੱਲੀ ਬਣੀ ਵੀ ਹੈ, ਸਾਰੇ ਰਾਸ਼ਟਰਪਤੀ ਭਵਨ ਵੀ ਉਸ ਟਾਈਮ ਤੇ ਬਣਿਆ ਪਿਆ, ਜਿਹੜੀਆਂ ਕੋਠੀਆਂ 'ਚ ਸਾਰੇ ਪ੍ਰਧਾਨ ਮੰਤਰੀ ਹੁਣੀ ਬੈਠੇ ਆ, ਬਾਕੀ ਬੈਠੇ, ਉਹ ਵੀ ਢਾਹ ਦਿਓ, ਕਿਉਂਕਿ ਬਣੀਆਂ ਤਾਂ ਸਾਰੀਆਂ ਅੰਗਰੇਜ਼ਾਂ ਵੇਲੇ ਹੀ ਨੇ, ਕੋਈ ਮੁਗਲਾਂ ਵੇਲੇ ਬਣੀਆਂ ਹੋਣਗੀਆਂ। ਫਿਰ ਅਸੀਂ ਇਹਨਾਂ ਨੂੰ ਇਸ ਲੋਕਾਂ ਦੇ ਵਿੱਚ ਇਸ ਕਿਸਮ ਦਾ ਨੈਰੇਟਿਵ ਦੇਣ ਦੀ ਕੋਸ਼ਿਸ਼ ਕਰੀਏ, ਅਸੀਂ ਉਹ ਕਰ ਰਹੇ ਹਾਂ। ਮੇਰੇ ਖਿਆਲ ਦੇ ਵਿੱਚ ਇਹ ਤਰਕ ਸੰਗਤ ਗੱਲ ਨਹੀਂ ਹੈਗੀ ਹੈ। ਸਾਡਾ ਵਿਰੋਧ ਸਿਰਫ ਉਹਦੀ, ਪਹਿਲਾਂ ਅਸੀਂ ਉਸ ਦਾ ਵਿਰੋਧ ਵੀ ਕਰਦੇ ਸੀਗੇ, ਨਵੀਂ ਬਿਲਡਿੰਗ ਦਾ, ਬਿਲਕੁਲ ਅਸੀਂ ਇਸ ਗੱਲ ਤੋਂ ਕੋਈ ਇਹਦੇ ਲੁਕ ਛਿਪ ਕੇ ਗੱਲ ਨਹੀਂ ਕਰਦੇ। ਹੁਣ ਅਸੀਂ ਜੇ ਕਹਿੰਦੇ ਚਲੋ ਬਣਾ ਲਈ, ਉਦਘਾਟਨ ਤਾਂ ਘੱਟੋ ਘੱਟ ਜਿਹੜਾ ਸਾਡਾ ਫਸਟ ਸਿਟੀਜ਼ਨ ਆਫ ਇੰਡੀਆ ਰਾਸ਼ਟਰਪਤੀ ਹੈ, ਹੱਕ ਬਣਦਾ ਵੀ ਉਹ ਤੋਂ ਕਰਾਇਆ ਜਾਵੇ। ਔਰ ਜੇ ਅੱਜ ਇਹ ਜੋ ਹੋ ਰਿਹਾ ਹੈ, ਨਹੀਂ ਸੁਖਦੇਵ ਜੀ, ਜਿਹੜਾ ਤੁਹਾਡੇ ਕੀਤੇ ਜਾ ਰਹੇ ਬਾਈਕਾਟ ਦੇ ਉੱਤੇ ਸਵਾਲ ਖੜਾ ਹੁੰਦਾ, ਸਭ ਤੋਂ ਪਹਿਲਾਂ ਸਵਾਲ ਉਹਨਾਂ ਨੇ ਖੜਾ ਕੀਤਾ ਕੱਲ ਤੱਕ ਜਿਹੜੇ ਤੁਹਾਡੇ ਨਾਲ ਸੀਗੇ ਸੰਵਿਧਾਨਕ ਅਹੁਦਿਆਂ ਦੇ ਉੱਤੇ, ਤੁਹਾਡੀ ਪਾਰਟੀ ਦੀ ਸਰਕਾਰਾਂ ਦੇ ਨਾਲ ਰਹੇ ਹਰਦੀਪ ਪੁਰੀ ਹੋਰਾਂ ਨੇ ਜਦੋਂ ਟਵੀਟ ਕੀਤਾ, ਉਹਨਾਂ ਨੇ ਕਿਹਾ ਜਦੋਂ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਹੋਰਾਂ ਨੇ ਵੱਖ-ਵੱਖ ਇਮਾਰਤਾਂ ਦੇ, ਇਸ ਨਾਲ ਅਲਾਈਡ ਇਮਾਰਤਾਂ ਦੇ ਉਦਘਾਟਨ ਕੀਤੇ ਸੀਗੇ, ਉਦੋਂ ਮਾਣ ਮਰਿਆਦਾ ਕਿੱਥੇ ਗਈ ਸੀ? ਦੇਖੋ, ਗੱਲ ਇੱਕ ਹੈ, ਕਿਸੇ ਲਾਇਬ੍ਰੇਰੀ ਦਾ ਉਦਘਾਟਨ ਕਰਨਾ, ਕਿਸੇ ਹੋਰ ਛੋਟੀ ਗੱਲ ਦਾ ਉਦਘਾਟਨ ਕਰਨਾ, ਉਹਨੂੰ ਇਹਦੇ ਨਾਲ ਜੇ ਆਪਾਂ ਮੇਚ ਕੇ ਦੇਖਦੇ ਹਾਂ, ਹਰਦੀਪ ਹੁਣੀ ਜਿਹੜੇ ਐਡੇ ਸੀਨੀਅਰ ਅਫਸਰ ਹੈ, ਇਹ ਉਹਨਾਂ ਦੀ ਮਾਨਸਿਕਤਾ ਦਰਸਾਉਂਦਾ। ਉਹ ਤਾਂ ਇੱਕ ਛੋਟੇ ਮਾਮਲੇ ਹੁੰਦੇ ਆ, ਉਹਦੇ ਵਿੱਚ ਇੱਕ ਲਾਇਬ੍ਰੇਰੀ ਬਣ ਰਹੀ, ਉਹਦੇ ਵਿੱਚ ਕਦੀ ਬੁੱਤ ਲਾ ਰਹੇ ਆ, ਉਹਨਾਂ ਗੱਲਾਂ ਨੂੰ ਨਾਲ ਇਸ ਦੇ ਜੋੜ ਕੇ ਇੱਕ ਟੋਟਲ ਤੇ ਟੋਟਲ ਤੁਸੀਂ ਬਿਲਡਿੰਗ ਚੇਂਜ ਕਰਤੀ। ਔਰ ਉਹਦੇ ਵਿੱਚ ਦੇਖੋ, ਤੁਸੀਂ ਵੈਸੇ ਆਫ ਦੀ ਰਿਕਾਰਡ ਵੀ ਗੱਲ ਕਰ ਰਹੇ ਸੀ, ਉਹਦੇ ਵਿੱਚ ਇਹਨਾਂ ਨੇ 1280 ਲਗਭਗ ਐਮਪੀਆਂ ਦੀ ਪ੍ਰੋਵੀਜ਼ਨ ਰੱਖੀ ਹੈ। ਉਹਦਾ ਬਹਾਨਾ ਕੀ ਬਣਾਇਆ ਵੀ ਸਾਨੂੰ ਜੁਆਇੰਟ ਸੈਸ਼ਨ ਕਰਨਾ ਪਵੇ। ਔਰ ਇਹਨਾਂ ਦੀ ਮਨਸਾ ਤਾਂ ਸਾਨੂੰ ਕੁਝ ਹੋਰ ਹੀ ਲੱਗਦੀ ਹੈ ਵੀ ਇਹ ਨਵੀਂ ਬਿਲਡਿੰਗ ਬਣਾ ਕੇ ਇਹਨਾਂ ਦੀ ਮਨਸਾ ਹੀ ਕਿਤੇ ਪ੍ਰੈਜ਼ੀਡੈਂਟ ਸਿਸਟਮ ਬਣਾਉਣ ਵਾਲੀ ਨਾ ਹੋਵੇ। ਕਿਉਂਕਿ ਜਦੋਂ ਵੀ ਮੋਦੀ ਜੀ ਇਲੈਕਸ਼ਨ ਲੜਦੇ ਆ, ਉਹ ਲੜਦੇ ਹੀ ਆਪਦੇ ਪਲੈਂਕ ਤੇ ਆ। ਜੇ ਕਰਨਾਟਕ ਦੇ ਵਿੱਚ ਅੱਜ ਜੋ ਮਰਜ਼ੀ ਕਹੀ ਜਾਣ, ਉਹਨਾਂ ਨੇ ਇਲੈਕਸ਼ਨ ਲੜਿਆ ਇਸ ਕਹਿ ਕੇ ਵੀ 91 ਗਾਲਾਂ ਮੈਨੂੰ ਦਿੱਤੀਆਂ, ਦੈਟ ਮੀਨਸ ਵੀ ਜੇ ਮੈਨੂੰ ਗਾਲਾਂ ਦਿੱਤੀਆਂ ਤਾਂ ਮੈਨੂੰ ਕਿਸੇ ਨੂੰ ਗਾਲ ਨਹੀਂ ਸੀ ਦੇਣੀ ਚਾਹੀਦੀ, ਤੇ ਮੈਨੂੰ ਵੋਟਾਂ ਪਾਓ, ਮੈਨੂੰ ਗਾਲਾਂ ਦਿੰਦੇ ਨੇ।
ਔਰ ਉਸ ਤੋਂ ਬਾਅਦ ਉਹਨਾਂ ਨੇ ਜਿੰਨਾ ਵੀ ਉਹਦਾ ਨੈਰੇਟਿਵ ਰੱਖਿਆ ਉਹ ਆਪਣੇ ਤੇ ਕੇਂਦਰਿਤ ਰੱਖਿਆ ਸਿਰਫ ਮੋਦੀ ਤੇ। ਉਹ ਚਾਹੁੰਦੇ ਵੀ ਇਹੀ ਹੈ ਵੀ ਅਗਲਾ ਜੇ ਇਸ ਨੂੰ ਸਿਸਟਮ ਨੂੰ ਉਹ ਚੇਂਜ ਕਰਕੇ ਉਹ ਤਾਂ ਇਸ ਸਾਡੀ ਸੰਸਦੀ ਪ੍ਰਣਾਲੀ ਨੂੰ ਹੀ ਖਤਮ ਕਰਨਾ ਚਾਹੁੰਦੇ ਨੇ। ਇਸ ਕਰਕੇ ਇਹਦੇ ਬੜੇ ਵੱਡੇ ਖਾਸ਼ੇ ਨੇ। ਪਰ ਜਿੱਥੋਂ ਤੱਕ ਮੈਂ ਬੀਜੇਪੀ ਦੀ ਗੱਲ ਕਰਦਾ, ਬੀਜੇਪੀ ਨੇ ਕਦੇ ਵੀ ਜਿਹੜਾ ਹੈਗਾ ਉਹ ਆਪਣੇ ਕਿਤੇ ਅਸੂਲਾਂ ਤੇ ਨਹੀਂ ਖੜੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਵਾਂਗਾ। ਜੇ ਇਹ ਸ਼ਾਮ ਪ੍ਰਸਾਦ ਮੁਖਰਜੀ ਦੀ ਕਹਿੰਦੇ ਸੀ ਮੌਤ ਦਾ ਕਾਰਨ ਫਾਰੂਕ ਅਬਦੁੱਲਾ ਤੇ ਸ਼ੇਖ ਅਬਦੁੱਲਾ ਤੇ ਫਾਰੂਕ ਅਬਦੁੱਲਾ ਨੂੰ ਮੰਤਰੀ ਬਣਾ ਕੇ ਰੱਖਿਆ ਇਹਨਾਂ ਨੇ ਐਨਡੀਏ ਦੀ ਸਰਕਾਰ ਦੇ ਵਿੱਚ। ਔਰ ਉਸ ਤੋਂ ਬਾਅਦ ਮੈਂ ਹੁਣ ਪੀਰ ਮੁਹੰਮਦ ਸਾਹਿਬ ਨੇ ਇੱਕ ਗੱਲ ਛੇੜੀ ਸੀ ਵੀ ਉਹਨਾਂ ਨੇ ਰਾਸ਼ਟਰਪਤੀ ਦੇ ਅਹੁਦੇ ਦੀ ਗੱਲ ਕਰਤੀ। ਜੇ ਰਾਸ਼ਟਰਪਤੀ ਦੇ ਅਹੁਦੇ ਦੀਆਂ ਗੱਲਾਂ ਉਹ ਕਾਂਗਰਸ ਤੇ ਕਰਦੇ ਸੀ ਨਾ, ਪੀਰ ਮੁਹੰਮਦ ਸਾਹਿਬ ਇੱਕ ਗੱਲ ਦੱਸ ਦੇਣ ਵੀ ਅਕਾਲ ਤਖਤ ਦੇ ਜਥੇਦਾਰ ਦੀ ਸਾਡੇ ਵਾਸਤੇ ਪ੍ਰੈਜ਼ੀਡੈਂਟ ਨਾਲੋਂ ਵੀ ਵੱਡਾ ਉਹਦਾ ਹੁੰਦਾ। 94 ਦੇ ਵਿੱਚ ਜੋ ਇਹਨਾਂ ਨੇ ਜਦੋਂ ਅਕਾਲ ਤਖਤ ਦੇ ਪ੍ਰੋਫੈਸਰ ਮਨਜੀਤ ਸਿੰਘ ਨੇ ਛੱਡਿਆ ਸੀ, 6 ਘੰਟੇ ਬਾਥਰੂਮ ਚ ਅਕਾਲੀ ਦਲ ਬਾਦਲ ਨੇ ਬੰਦ ਕਰਕੇ ਰੱਖਿਆ। ਉਹ ਦੱਸ ਰਹੇ ਇਹਨਾਂ ਨੇ ਕਿੰਨੀ ਕੁ ਅਕਾਲ ਤਖਤ ਦੀ ਮਰਿਆਦਾ ਰੱਖੀ ਸੀ। 1999 ਜਦੋਂ ਉਹਨਾਂ ਨੇ ਜਥੇਦਾਰ ਰਣਜੀਤ ਸਿੰਘ ਨੂੰ ਤਾਰਿਆ ਸੀ, ਉਹ ਕਿੰਨੀ ਕੁ ਮਰਿਆਦਾ ਰੱਖੀ ਸੀ। ਇਹ ਆਪਦੇ ਪਹਿਲਾਂ ਝਾਕ ਰਹੇ ਨੇ ਮਰਿਆਦਾ ਕਿੰਨੀ ਕੁ ਰੱਖਦੇ ਨੇ। ਇਸ ਕਰਕੇ ਇਹ ਮਰਿਆਦਾਵਾਂ ਦਾ ਪਾਠ ਸਾਨੂੰ ਅਕਾਲੀ ਦਲ ਨਾ ਪੜਾਵੇ, ਅਕਾਲੀ ਦਲ ਨਾ ਪੜਾਵੇ ਮਰਿਆਦਾਵਾਂ ਦਾ ਪਾਠ। ਠੀਕ ਹੈ। ਪੀਰ ਮੁਹੰਮਦ ਸਾਹਿਬ ਜੁੜ ਗਏ। ਪੀਰ ਮੁਹੰਮਦ ਜੀ, ਤੁਹਾਡਾ ਸੰਪਰਕ ਜਿਹੜਾ ਹੈ ਉਹ ਥੋੜਾ ਜਿਹਾ ਮੱਠਾ ਪੈ ਗਿਆ ਸੀ, ਥੋੜਾ ਢਿੱਲਾ ਪੈ ਗਿਆ ਸੀਗਾ। ਤੇ ਇੱਕ ਤਾਂ ਮਰਿਆਦਾ ਦਾ ਪਾਠ ਨਾ ਕਾਂਗਰਸ ਨੂੰ ਪੜਾਓ, ਕਾਂਗਰਸ ਦਾ ਇਹ ਤੁਹਾਡੇ ਉੱਤੇ ਕਿੰਤੂ ਪਰੰਤੂ ਹੈ। ਪਰ ਜਿਹੜਾ ਮੈਂ ਸਵਾਲ ਪੁੱਛਿਆ ਸੀ ਉਹਦਾ ਜਵਾਬ ਪਹਿਲਾਂ ਜ਼ਰੂਰ ਦੇ ਦਿਓ। ਮੈਂ ਇਹੋ ਗੱਲ ਕਹਿ ਰਿਹਾ ਕਿ ਪਾਰਟੀ ਦੇ ਉੱਪਰ ਪਹਿਲਾਂ ਹੀ ਇਹ ਦੋਸ਼ ਲੱਗਦਾ ਹੋਵੇ ਕਿ ਉਸ ਪਾਰਟੀ ਪ੍ਰਤੀ ਵਰਗੇ ਪਵਿੱਤਰ ਅਹੁਦੇ ਦੇ ਨਾਲ ਖਿਲਵਾੜ ਕੀਤਾ ਹੋਵੇ, ਤੇ ਅੱਜ ਇੱਕ ਬਹਾਨੇ ਉਹ ਇਸ ਪਾਸੇ ਨੂੰ ਕਦਮ ਪੁੱਟੇ ਤੇ ਕਵੇ ਕਿ ਦੇਖੋ ਜੀ ਅੱਜ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਬਣ ਰਹੀ ਹੈ ਤੇ ਉਹਦਾ ਉਦਘਾਟਨ ਰਾਸ਼ਟਰਪਤੀ ਸਾਹਿਬ ਕੋਲ ਕਰਾਉਣਾ ਚਾਹੀਦਾ। ਇਹ ਆਪਣੇ ਆਪ ਦੇ ਵਿੱਚ ਕੋਈ ਗੱਲ ਨਹੀਂ ਬਣਦੀ। ਇਹ ਸਿਰਫ ਤੇ ਸਿਰਫ ਇੱਕ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਗੱਠਜੋੜ ਦੇ ਵਿੱਚ ਕੁਝ ਵੀ ਨਹੀਂ ਨਿਕਲਣਾ। ਤੁਸੀਂ ਦੇਖੋ ਦਿੱਲੀ ਨੇ ਕੀ ਕੀਤਾ, ਕੇਜਰੀਵਾਲ ਹੋਰਾਂ ਦੀ ਜਿਹੜੀ ਸਰਕਾਰ ਬਣੀ ਸੀ, ਕੇਜਰੀਵਾਲ ਸਾਹਿਬ ਨੂੰ ਪਤਾ ਲੱਗ ਗਿਆ ਕਿ ਲੈ ਵੀ ਇਹਨਾਂ ਨੇ ਮੇਰੀ ਹਮਾਇਤ ਪਾਈ, ਉਹ ਫਿਰ ਸਰਕਾਰ ਟੁੱਟ ਗਈ ਸੀ ਉਦੋਂ। ਇਸ ਕਰਕੇ ਪੰਜਾਬ ਦੇ ਵਿੱਚ ਇੱਕ ਪਾਣੀ ਪੀ ਕੇ ਕੋਸਦੇ ਹੁਣ ਵੀ ਪਾਣੀ ਪੀਤਾ ਇਹਨਾਂ ਨੇ। ਉਹਨੇ ਥੋੜੀ ਦੇਰ ਬਾਅਦ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ। ਲੇਕਿਨ ਇਸ ਮਸਲੇ ਦੇ ਉੱਤੇ ਇਹ ਦੋਵੇਂ ਇੱਕ ਨੇ ਕਿਵੇਂ ਇਹ ਕਿਤੇ ਨਹੀਂ ਅਕਾਲੀ ਦਲ ਦੀ ਕੀ ਮਜਬੂਰੀ ਹੈ? ਗੱਲ ਇਹ ਹੈ ਵੀ ਜਦੋਂ तमाम ਧਿਰਾਂ ਬਾਈਕਾਟ ਕਰ ਰਹੀਆਂ ਨੇ, ਮਤਲਬ ਉਹ ਕਿਸੇ ਗੱਲ ਨੂੰ ਲੈ ਕੇ ਕਿਸੇ ਬਿਨਾਹ ਦੇ ਉੱਤੇ ਕਰ ਰਹੀਆਂ ਹੋਣਗੀਆਂ। ਕਮਲੀਆਂ ਤਾਂ ਹੋਣਗੀਆਂ ਨਹੀਂ ਵੀ ਉਹ ਇਸ ਸਿਸਟਮ ਦਾ ਬਾਈਕਾਟ ਕਰ ਰਹੇ ਨੇ, ਇਸ ਉਦਘਾਟਨੀ ਸਮਾਗਮ ਦਾ। ਵੀ ਤੁਸੀਂ ਕੀ ਸੋਚ ਕੇ ਇਸ ਦਾ ਸਮਰਥਨ ਦਿੱਤਾ? ਦੇਖੋ ਧਾਲੀਵਾਲ ਸਾਹਿਬ, ਰਾਜਨੀਤੀ ਦੇ ਵਿੱਚ ਹਰ ਪੱਖ ਨੂੰ ਵਾਚਿਆ ਜਾਂਦਾ ਹੈ। ਇਹ ਤੁਸੀਂ ਦੇਖੋ ਜਿਸ ਪਾਰਟੀ ਦੇ ਨਾਲ ਸਾਡੀ ਕੋਈ ਦੁਆ ਸਲਾਮ ਨਹੀਂ ਹੈਗੀ, ਉਸ ਦੇ ਨਾਲ ਅਸੀਂ ਕਿਵੇਂ ਖੜ ਸਕਦੇ ਹਾਂ? ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਖੜ ਸਕਦੀ ਹੈ ਤੌਰ ਤੇ। ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲੇ ਦਿਨ ਤੋਂ ਕਾਂਗਰਸ ਦੇ ਵਿਰੁੱਧ ਲੜਦਾ ਆਇਆ। ਨਹੀਂ, ਇਹਦੇ ਵਿੱਚ ਇਕੱਲਾ ਕਾਂਗਰਸ ਨੇ ਥੋੜੀ ਕੀਤਾ, ਹੋਰ ਵੀ ਰਾਜਸੀ ਦਲ ਨੇ ਉਹਨਾਂ ਨੇ ਵੀ ਵਿਰੋਧ ਕੀਤਾ। ਕਿਹਨਾਂ ਨੇ ਜੀ? ਜਿਹੜੇ ਬਾਕੀ 20 ਦਲ ਨੇ, ਇਹਦੇ ਵਿੱਚ ਤ੍ਰਿਣਮੂਲ ਕਾਂਗਰਸ ਵੀ ਹੈ, ਇਹਦੇ ਵਿੱਚ ਕਾਂਗਰਸ ਵੀ ਹੈ, ਇਹਦੇ ਵਿੱਚ CPI CPM, ਇਹਦੇ ਵਿੱਚ JDU ਹੈ। ਗੱਲ ਤਾਂ ਸੁਣੋ, ਉਹਨਾਂ ਪਾਰਟੀਆਂ ਨੂੰ ਤਾਂ ਸਵਾਲ ਕਰਨਾ ਚਾਹੀਦਾ ਕਿ ਤੁਸੀਂ ਭਾਈ ਰਾਸ਼ਟਰਪਤੀ ਦੀ ਕਾਰ ਦੇ ਉੱਤੇ ਰੋੜੇ ਜਦੋਂ ਮਾਰੇ ਸੀ, ਉਸ ਵਕਤ ਤੁਹਾਨੂੰ ਕਿਉਂ ਨਹੀਂ ਯਾਦ ਆਇਆ? ਤੇ ਸਰਕਾਰ ਅੱਜ ਤੁਸੀਂ ਵਿਵਾਸੀ ਦਾ ਬਹਾਨਾ ਬਣਾ ਕੇ ਤੇ ਉਹ ਜਿਹੜੇ ਰਾਸ਼ਟਰਪਤੀ ਬਾਰੇ ਇਹੋ ਜਿਹੀਆਂ ਗੱਲਾਂ ਕਰ ਰਹੇ ਹੋ। ਨਾਲੇ ਇਹ ਕਿੱਦਾਂ ਇਹ ਕੋਈ ਮਸਲਾ ਹੀ ਨਹੀਂ ਹੈਗਾ। ਪ੍ਰਧਾਨ ਮੰਤਰੀ ਸਾਹਿਬ ਨੇ ਬਿਲਡਿੰਗ ਬਣਵਾਈ, ਉਹਨਾਂ ਨੂੰ ਬੜਾ ਚਾਅ ਹੈ ਕਿ ਨਵੀਂ ਬਿਲਡਿੰਗ ਦਾ ਮੈਂ ਉਦਘਾਟਨ ਕਰਾਂ, ਤੇ ਅਸੀਂ ਉਹਨਾਂ ਦਾ ਚਾਅ ਕਿਉਂ ਖਰਾਬ ਕਰਾਂ? ਚਲੋ ਠੀਕ ਹੈ, ਤੁਸੀਂ ਆਪਣਾ ਪੱਖ ਰੱਖਿਆ। ਜਾਊਂਗਾ ਪੰਜਾਬ ਦੇ ਵਿੱਚ ਹਾਕਮ ਜਮਾਤ ਤਾਂ ਆਮ ਆਦਮੀ ਪਾਰਟੀ ਤੋਂ ਆਏ ਹੋਏ ਬੁਲਾਰੇ ਮਿੱਤਲ ਸਾਹਿਬ ਹੋਰਾਂ ਕੋਲੇ। ਮਿੱਤਲ ਸਾਹਿਬ, ਜਿਹੜਾ BJD ਹੈ ਉਹਨਾਂ ਨਾਲ ਤਾਂ ਕਾਫੀ ਨਜ਼ਦੀਕੀਆਂ, ਉਹਨਾਂ ਦੀ ਤਾਂ ਕਾਫੀ ਸਰਾਹਨਾ ਵੀ ਕਰਦੇ ਰਹੇ ਨੇ ਹੋ, ਪਰ ਉਹ ਐਤਕੀ ਤੁਹਾਡੀ ਸੋਚ ਦੇ ਉੱਤੇ ਖਰੇ ਨਹੀਂ ਉਤਰੇ ਹੈ। ਦੇਖੋ ਧਾਲੀਵਾਲ ਸਾਹਿਬ, ਗੱਲ ਇਹ ਕਿਸੇ ਇੱਕ ਪਾਰਟੀ ਦੀ ਸੋਚ ਦੀ ਨਹੀਂ ਹੈ। ਗੱਲ ਇਹ ਹੈ ਕਿ ਜਿਹੜਾ ਹਿੰਦੁਸਤਾਨ ਦਾ ਪੋਲੀਟੀਕਲ ਸਿਸਟਮ ਹੈ, ਜੋ ਸਾਡੀ ਸੰਵਿਧਾਨਕ ਪ੍ਰਣਾਲੀ ਆ, ਜੋ ਸਾਨੂੰ ਸੰਵਿਧਾਨ ਨੇ ਦਿੱਤਾ, ਜੋ ਸਾਨੂੰ ਵਿਰਸੇ ਦੇ ਵਿੱਚ ਮਿਲਿਆ, ਕੀ ਉਹਨਾਂ ਮਰਿਆਦਾਵਾਂ ਦੀ ਅਸੀਂ ਪਾਲਣਾ ਕਰ ਰਹੇ ਹਾਂ? ਕੀ ਅੱਜ ਅਗਰ ਨਵੀਂ ਸੰਸਦ ਦਾ ਉਦਘਾਟਨ ਹੋ ਰਿਹਾ, ਨਵੀਂ ਸੰਸਦ ਬਣ ਰਹੀ ਆ, ਕੀ ਉਹ ਸੰਸਦ ਦਾ ਉਦਘਾਟਨ ਰਾਸ਼ਟਰਪਤੀ ਜੀ ਨੂੰ ਨਹੀਂ ਕਰਨਾ ਚਾਹੀਦਾ ਸੀ? ਕੀ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਦੇਣਾ ਚਾਹੀਦਾ ਸੀ? ਇਹ ਇੱਕ ਬੜਾ ਵੱਡਾ ਸਵਾਲ ਹੈ। ਇਹ ਸਵਾਲ ਇਸ ਕਰਕੇ ਆ ਕਿਉਂਕਿ ਅਗਰ ਤੁਸੀਂ ਭਾਰਤੀ ਸੰਵਿਧਾਨ ਦੀ ਵਿਆਖਿਆ ਕਰੋਗੇ, ਅਗਰ ਤੁਸੀਂ ਭਾਰਤੀ ਸੰਵਿਧਾਨ ਨੂੰ ਪੜ੍ਹੋਗੇ ਤਾਂ ਉਹਦੇ ਵਿੱਚ ਕਲੀਅਰ ਲਿਖਿਆ ਹੋਇਆ
मैं ਤੁਹਾਨੂੰ ਸਾਰੇ ਤੁਹਾਡੇ ਬੁਲਾਰੇ ਵੀ ਨੇ, ਤੁਹਾਡੇ ਲਈ ਵੀ ਔਰ ਤੁਹਾਡੇ ਦਰਸ਼ਕਾਂ ਲਈ ਵੀ ਕੋਟ ਕਰ ਰਹੇ ਹਾਂ ਕਿ ਆਰਟੀਕਲ ਜਿਹੜਾ ਸੰਵਿਧਾਨ ਦਾ ਆਰਟੀਕਲ 79 ਹੈ, 79 ਆਰਟੀਕਲ ਇਹ ਗੱਲ ਕਹਿੰਦਾ ਕਿ देयर शैल बी ए पार्लियामेंट फॉर द यूनियन ऑफ इंडिया कंसिस्टिंग ए प्रेसिडेंट एंड 2 हाउसेस, दैट इज काउंसिल ऑफ लोक सभा एंड राज्य सभा। मतलब 2 सदन लोक सभा ते राज्य सभा ते एक राष्ट्रपति, तिन्नों ਨੂੰ ਮਿਲਾ ਕੇ ਪਾਰਲੀਮੈਂਟ ਬਣਦੀ ਆ। पार्लीमेंट कल्ले प्रधानमंत्री नाल जां संसदां नाल जां 2 सदनां नाल नहीं बनदी। राष्ट्रपति जिहड़ा हुंदा ओह चुनी हुई सरकार दा मुखी हुंदा केंद्र दे विच ते संसद दा भी मुखी हुंदा ते ओह सारियां जिहड़े हैगे ने ओह सैशन नूं बुला भी सकदा, सैशन नूं मुअत्तल भी कर सकदा, सैशन नूं संबोधन भी कर सकदा। ते जिहड़ा राष्ट्रपति है बहुत अहम अंग है, ओह भारत दा फर्स्ट सिटीजन हुंदा ते इस करके इह अज बड़ा जरूरी सी कि राष्ट्रपति जी नूं इनविटेशन भेजिया जांदा और नवीं इमारत दा जिहड़ा सी उद्घाटन उन्हां दे कोलों करवाया जांदा। पर अजिहा बीजेपी ने नहीं किया। क्यों नहीं किया? क्योंकि बीजेपी संविधान की उल्लंघना करना चाहती है, बीजेपी लोकतंत्र की उल्लंघना, जमहूरियत का खत्म करना चाहती है, बीजेपी राष्ट्रपति साहब को नीवा दिखाना चाहती है, बीजेपी सिर्फ और सिर्फ चमकाना चाहती है कि मोदी साहब का कि मोदी साहब जो है वो बहुत बड़े काम कर रहे हैं जो कि 70 साल से पहले कदे कोई ऐसे काम नहीं हुए। और सिर्फ एक मोदी की प्रमोशन के लिए यह पार्लीमेंट बनाने का उद्देश्य भी नहीं है। नहीं तो यह एड्डी वड्डी महामारी जो फैली हुई थी हिंदुस्तान के पूरी दुनिया में कोरोना काल चल रहा थी, उदों उस टाइम के उपर इन्नी वड्डी इन्वेस्टमेंट कोई मतलब कोई मूर्ख सरकार ही कर सकती है, कोई चंगी सरकार नहीं कर सकती। जो पैसा उदों देश के लोगों के इलाज के लिए लोगों को हॉस्पिटल बनाने के लिए वरत्या जाना चाहिए सी, वो पैसा असीं एक पार्लीमेंट से जिहड़ा हैगा भी एक बिल्डिंग खड़ी करने ते लाया, जदों कि पहले साडे कोल बढ़िया शानदार बिल्डिंग मौजूद थी। अज इसे करके तुसीं देखो कि देश दी 19 पार्टियां इस गल का विरोध कर रही ने। ਉਹਦੇ ਵਿੱਚ ਕੱਲੀ ਆਮ ਆਦਮੀ ਪਾਰਟੀ ਨਹੀਂ ਹੈ, ਉਹਦੇ ਵਿੱਚ ਨੈਸ਼ਨਲ ਪਾਰਟੀ ਕਾਂਗਰਸ ਵੀ ਹੈ, ਨੈਸ਼ਨਲ ਪਾਰਟੀ ਆਮ ਆਦਮੀ ਵੀ ਹੈ, ਉਹਦੇ ਚ ਸ਼ਿਵ ਸੈਨਾ, ਉਹਦੇ ਚ ਜੇਡੀਯੂ, ਉਹਦੇ ਚ ਸੀਪੀਆਈ ਸੀਪੀਐਮ, ਉਹਦੇ ਚ ਡੀਐਮਕੇ, ਉਹਦੇ ਚ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਇਹ ਮੌਜੂਦ ਨੇ। ਹੁਣ ਜਿੱਥੇ ਤੱਕ ਅਕਾਲੀ ਦਲ ਦਾ ਸਵਾਲ ਹੈ, ਅਕਾਲੀ ਦਲ ਕਹਿੰਦੇ ਸਾਡਾ 9 ਮਾਮਲਾ ਰਿਸ਼ਤਾ ਰਿਹਾ, ਰਿਸ਼ਤਾ ਤਾਂ ਤੁਹਾਡਾ ਜੇਡੀਯੂ ਨਾਲ ਵੀ ਰਿਹਾ, ਤੁਸੀਂ ਐਨਡੀਏ ਦੇ ਭਾਈਵਾਲ ਜੇਡੀਯੂ ਵੀ ਸੀ ਤੇ ਐਨਡੀਏ ਦੇ ਭਾਈਵਾਲ ਤਾਂ ਸ਼ਿਵ ਸੈਨਾ ਵੀ ਸੀ। अगर तुसी कांग्रेस नाल तुहाडी नहीं बनदी ते कांग्रेस के खिलाफ तुसी इलेक्शन लड़ते रहे हो पीर मोहम्मद जी, तो कांग्रेस के खिलाफ तो शिव सेना भी लड़ती है, कांग्रेस के खिलाफ तो जेडीयू भी लड़ती है, कांग्रेस के खिलाफ तो तृणमूल कांग्रेस भी लड़ती है। अज कांग्रेस बीजेपी आम आदमी पार्टी या अकाली दल का सवाल नहीं है, अज सवाल यह है कि असीं भारतीय संविधान नूं बचाउण दे लई आर्टिकल 79 नूं बचाउण दे लई असीं किस जमात दा साथ दे रहे हां? की तुसीं तानाशाही जमात दा साथ दे रहे हो या तुसीं जो पार्टियां लोकतंत्र की बहाली की मंग करदियां ने, लोकतंत्र की रक्षा की गल करदियां ने, की तुसीं उन्हां दा साथ दे रहे हो? अज अकाली दल दा चेहरा भी नंगा होया, अज बीजेपी दा चेहरा भी नंगा होया। चलो ठीक है, ये तो मैं पीर मोहम्मद साहब तो जवाब जरूर लूँगा भी ये साथ दिता गया है या फिर बाह मरोड़ के अगलियां ने लिया है। पर उस तो पहला कुलदीप धालीवाल जी को जाऊँगा। धालीवाल साहब गल ये है भी ਜਦੋਂ ਇੰਨਾ ਵਿਰੋਧ ਹੋ ਰਿਹਾ ਹੈ, तमाम ਧਿਰਾਂ ਇਸ ਤੁਹਾਡੇ ਸਿਸਟਮ ਦਾ ਵਿਰੋਧ ਕਰ ਰਹੀਆਂ ਨੇ, ਉਹਦੇ ਵਿੱਚ ਕੋਈ ਨਾ ਕੋਈ ਤਾਂ ਗੱਲ ਹੋਊਗੀ, ਐਵੇਂ ਤਾਂ ਨਹੀਂ ਉਹਨਾਂ ਨੇ ਵਿਰੋਧ ਕੀਤਾ ਹੋਊਗਾ। ਤੇ ਕੀ ਹੁਣ ਇਸ ਵਿਰੋਧ ਤੋਂ ਬਾਅਦ ਰਾਸ਼ਟਰਪਤੀ ਜੀ ਨੂੰ ਸੱਦਾ ਦੇ ਦਿੱਤਾ ਹੈ, ਉਹਨਾਂ ਨੂੰ ਸ਼ਾਮਲ ਘੱਟੋ ਘੱਟ ਕਰ ਲਿਆ ਜਾਵੇਗਾ ਉਦਘਾਟਨੀ ਸਮਾਗਮ 'ਚ? मैं धालीवाल साहब बड़े इत्मीनान नाल सुन रहा सी और मैं किते भी ਜਿਹੜਾ ਹੈਗਾ ਕੋਸ਼ਿਸ਼ ਨਹੀਂ ਕੀਤੀ ਕਿਸੇ ਨੂੰ ਡਿਸਟਰਬ ਕਰਨ ਦੀ। ਮੈਂ ਕਿਹਾ ਵੀ ਸਾਰਿਆਂ ਦੀਆਂ ਗੱਲਾਂ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ। ਤੋਂ ਮੈਂ ਜਿਹੜੀਆਂ 2 ਜਮਾਤਾਂ ਸਾਡੇ ਖਿਲਾਫ ਬੋਲੀਆਂ, ਕਾਂਗਰਸ ਤੇ ਆਮ ਆਦਮੀ ਪਾਰਟੀ, ਪਹਿਲੀ ਗੱਲ ਕਿ ਤਾਂ ਇਹ ਸਾਬਤ ਹੀ ਕਰਤਾ, ਉਹਨਾਂ ਨੇ ਕਹਿਤਾ ਵੀ ਸਾਡਾ ਤਾਂ ਯਾਰ ਇਹਨੂੰ ਬਣਾਉਣ 'ਚ ਵਿਰੋਧ ਸੀ, ਅਸੀਂ ਲੁਕਦੇ ਛਿਪਦੇ ਨਹੀਂ, ਅਸੀਂ ਤਾਂ ਚਾਹੁੰਦੇ ਨਹੀਂ ਸੀ ਵੀ ਇਹ ਬਣ ਜੇ, ਵੀ ਭਾਰਤ ਅੱਗੇ ਵਧੇ, ਅਸੀਂ ਨਹੀਂ ਚਾਹੁੰਦੇ। ਮੈਂ ਉਹਦੇ ਪਿੱਛੇ ਦਾ ਕਾਰਨ ਤੁਹਾਡੇ ਦਰਸ਼ਕਾਂ ਨੂੰ ਦੱਸਦਾ। ਕਈ ਹਜ਼ਾਰਾਂ ਕਰੋੜ ਜਿਹੜਾ ਕਿਰਾਇਆ ਹੈ ਉਹ ਸਾਡੇ ਦਫ਼ਤਰਾਂ ਦਾ, ਸਰਕਾਰੀ ਦਫ਼ਤਰਾਂ ਦਾ, ਉਹ ਪੁਰਾਣੇ ਕਾਂਗਰਸੀਆਂ ਦੀਆਂ ਜੇਬਾਂ 'ਚ ਜਾ ਰਿਹਾ। ਔਰ ਇਹ ਨਵਾਂ ਸੰਸਦ ਭਵਨ ਬਣਨ ਨਾਲ ਉਹਨਾਂ ਦੇ ਜਿਹੜੇ ਫਿਊਚਰ ਪਲਾਨਸ ਆ ਉਹ ਮਲੀਆ ਮੇਟ ਹੋ ਗਈ, ਮਿੱਟੀ ਹੋ ਗਈ। ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਧੱਕਾ ਲੱਗਿਆ ਜਿਹਦੇ ਕਰਕੇ ਵਿਰੋਧ ਕਰ ਰਹੇ। ਔਰ ਦੂਜੇ ਆ ਗਏ ਕੇਜਰੀਵਾਲ ਸਾਹਿਬ। ਹੁਣ ਕੇਜਰੀਵਾਲ ਸਾਹਿਬ ਨੂੰ ਤਾਂ ਲਾਈਮਲਾਈਟ ਚਾਹੀਦੀ ਹੈ ਕਿਸੇ ਵੀ ਤਰੀਕੇ। ਇਹ ਉਹ ਲੋਕ ਹੈ ਜਿਹੜਿਆਂ ਨੇ ਗਵਰਨਰ ਸਾਹਿਬ ਨੂੰ ਕਦੇ ਇੱਜ਼ਤ ਨਹੀਂ ਦਿੱਤੀ, ਰਾਸ਼ਟਰਪਤੀ ਦੇ ਨੁਮਾਇੰਦੇ ਨੂੰ, ਤੇ ਅੱਜ ਆ ਕੇ ਕਹਿੰਦੇ ਆ ਜੀ ਰਾਸ਼ਟਰਪਤੀ ਨੂੰ ਅਸੀਂ ਇੱਜ਼ਤ ਦਿੰਦੇ ਆ। ਵਾਹ, ਇਹਨਾਂ ਦਾ ਤਾਂ ਮੈਂ ਸੰਵਿਧਾਨ ਦੇ ਰਾਖੇ। ਉਹ ਇਹਨਾਂ ਦੇ ਬੁਲਾਰੇ ਵੀ ਗਾਹ ਨਿਗਾਹ ਹੋਏ ਪਏ, ਮੈਨੂੰ ਤਾਂ ਹਾਸਾ ਆਉਂਦਾ, ਤੁਹਾਡੇ ਦਰਸ਼ਕ ਵੀ ਹੱਸ ਰਹੇ ਹੋਣੇ। ਕਾਂਗਰਸ ਨੇ ਛੱਤੀਸਗੜ੍ਹ ਦੇ ਵਿੱਚ 2020 ਦੇ ਵਿੱਚ ਉੱਥੋਂ ਦੇ ਵਿਧਾਨ ਸਭਾ ਜਿਹੜੀ ਹੈਗੀ ਹੈ ਉਹਦਾ ਨੀਂਹ ਪੱਥਰ ਰੱਖਿਆ, ਠੀਕ ਆ। ਉੱਥੇ ਬੁਲਾਇਆ ਕਿਹਨੂੰ? ਉਹਨਾਂ ਨੇ ਗਵਰਨਰ ਨੂੰ ਨਹੀਂ ਬੁਲਾਇਆ, ਮੈਡਮ ਸੀ ਗਵਰਨਰ ਉੱਥੇ ਵੀ,
ਸੋਨੀਆ ਗਾਂਧੀ ਜਿਹੜੇ ਸੰਸਦ ਸੀ, ਰਾਹੁਲ ਗਾਂਧੀ ਜਿਹੜਾ ਸੰਸਦ ਸੀ, ਮੁੱਖ ਮੰਤਰੀ ਦੇ ਸਾਹਮਣੇ ਜਿਹਦੀ ਕੋਈ ਔਕਾਤ ਨਹੀਂ, ਉਹ ਬੰਦੇ ਜਿਹੜੇ ਉਦਘਾਟਨ ਕਰਦੇ, ਤੇ ਉਹ ਕਾਂਗਰਸ ਸਾਨੂੰ ਦੱਸ ਰਹੀ ਹੈ ਅੱਜ। ਨਹੀਂ ਕੁਲਦੀਪ ਜੀ ਜਿਹੜੀਆਂ ਵਿਰੋਧੀ ਸੁਰਾਂ ਨੇ, ਉਹ ਵਿਰੋਧੀ ਧਿਰਾਂ ਦੀਆਂ ਤਕਰੀਰਾਂ ਦੇ ਵਿੱਚੋਂ ਨਿਕਲੀਆਂ ਗੱਲਾਂ ਦਾ ਮੈਂ ਸਵਾਲ ਤੁਹਾਡੇ ਤੋਂ ਲੈਣਾ ਚਾਹੁੰਦਾ। ਉਹ ਕਹਿੰਦੇ ਵੀ ਜਦੋਂ ਲੋਕ ਨੌਕਰੀ ਵਿਹੂਣੇ ਹੋ ਰਹੇ ਨੇ, ਜਦੋਂ ਲੋਕ ਆਰਥਿਕ ਤੰਗੀ ਤੁਰਸ਼ੇ ਨਾਲ ਜੂਝਦੇ ਹੋਏ ਮੁੱਢਲੀ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਹ ਤੋਂ ਵਾਂਝੇ ਹੋ ਰਹੇ ਆ, ਜਦੋਂ ਲੋਕ ਬੇਘਰ ਹੋ ਰਹੇ ਆ, ਬੇਜ਼ਮੀਨੇ ਬੇਛੱਤੇ ਹੋ ਰਹੇ ਆ, ਤੇ ਸਾਨੂੰ ਇੰਨੀ ਕਾਹਲੀ ਦੇ ਵਿੱਚ ਇੰਨੀ ਜਲਦੀ ਇੰਨਾ ਕਰੋੜਾਂ ਅਰਬਾਂ ਦਾ ਪ੍ਰੋਜੈਕਟ ਸਿਰੇ ਚਾੜਨ ਦੀ ਕੀ ਜ਼ਰੂਰਤ ਪਈ ਸੀ? ਪੁਰਾਣੀ ਨਾਲ ਵੀ ਕੰਮ ਸਰ ਸਕਦਾ ਸੀ। ਨਹੀਂ, ਮੈਂ ਤੁਹਾਨੂੰ ਇਹ ਗੱਲ ਦੱਸਦਾ ਜਿਹੜੀ ਮੈਂ ਪਹਿਲਾਂ ਵੀ ਗੱਲ ਰੱਖੀ ਹੈ, ਇਹ ਬਿਲਕੁਲ ਗਲਤ ਪ੍ਰੋਪਗੈਂਡਾ ਜਿਹੜੀਆਂ ਇਹ ਵਿਰੋਧੀ ਧਿਰਾਂ ਕਰ ਰਹੀਆਂ। ਜਿਹੜਾ ਸਾਡਾ ਕਈ ਹਜ਼ਾਰ ਕਰੋੜ ਰੁਪਈਆ ਦਾ ਖਰਚਾ ਤਾਂ ਸਰਕਾਰ ਕਰੀ ਜਾਂਦੀ ਸੀ ਪਹਿਲਾਂ ਹੀ, ਜਿਹੜਾ ਮਤਲਬ ਕਿ ਸਰਕਾਰੀ ਬਿਲਡਿੰਗਾਂ ਦੇ ਵਾਸਤੇ ਜਿਹੜਾ ਕਿਰਾਇਆ ਜਿਹੜਾ ਇਹਨਾਂ ਨੂੰ ਜਾ ਰਿਹਾ ਸੀ, ਕਾਂਗਰਸੀਆਂ ਨੂੰ ਤੇ ਸਾਬਕਾ ਕਾਂਗਰਸੀਆਂ ਨੂੰ ਤੇ ਹੋਰ ਸਾਬਕਾ ਲੈਫਟਿਸਟਾਂ ਨੂੰ ਬਥੇਰਿਆਂ ਨੂੰ ਜਾ ਰਿਹਾ। ਮੈਂ ਉਹਦੀ ਲਿਸਟ ਵੀ ਤੁਸੀਂ ਦੇਖੋ ਕਰਕੇ ਲਿਆਓ ਤੁਹਾਡੇ ਚੈਨਲ ਤੇ ਰੱਖ। ਔਰ ਉਹਦੇ ਤੋਂ ਉੱਪਰ ਜਿਹੜਾ ਹੈਗਾ ਸਾਡੇ ਜਿਹੜੇ ਵਿਸਥਾਰ ਦੀ ਸੰਭਾਵਨਾ, ਸਾਡੇ ਲੋਕਾਂ ਦੇ ਕੰਮ ਕਰਨ ਦੀ ਸੰਭਾਵਨਾ ਜਿਹੜੀ ਹੈ, ਇੱਕ ਦਫ਼ਤਰ ਚ ਤੁਸੀਂ ਦਿੱਲੀ ਜਾਓ, ਬੰਦਾ ਜਾਮ ਚ ਫਸਿਆ ਰਹਿੰਦਾ, ਉਹ ਕੰਮ ਨਹੀਂ ਕਰਵਾਉਣ ਜਾ ਸਕਦਾ। ਸਾਰੇ ਇੱਕੋ ਜਗ੍ਹਾ ਤੇ ਬੈਠ ਸਕਣ, ਇੱਕੋ ਜਗ੍ਹਾ ਤੇ ਲੋਕ ਆਉਣ, ਕੰਮ ਕਰਵਾ ਕੇ ਲੈ ਜਾਣ। ਇਹ ਸੁਵਿਧਾ ਦੀ ਅੱਜ ਸਾਨੂੰ ਲੋੜ ਆ ਜੇ ਅਸੀਂ ਗਰੋ ਕਰਨਾ ਹੋਰ ਜ਼ਬਰਦਸਤ ਤਰੀਕੇ ਦੇ ਨਾਲ। ਤੇ ਉਹਦੇ ਲਈ ਜਿਹੜੀ ਇਨਵੈਸਟਮੈਂਟ ਹੋਈ ਆ ਬਹੁਤ ਨਿਗੂਣੀ ਆ। ਇਹ ਤਾਂ ਮੈਂ ਤੁਹਾਡੇ ਧਿਆਨ ਚ ਹੋਣਾ ਹੈ ਮੈਂ ਕਾਂਗਰਸ ਦੇ ਬਾਰੇ ਕੀ ਗੱਲ ਕਰਾਂ। ਔਰ ਇਹ ਉਹ ਲੋਕ ਹੈ ਜਿਹੜੇ ਪਹਿਲਾਂ ਜਦੋਂ ਸਟੈਚੂ ਆਫ ਲਿਬਰਟੀ ਬਣਿਆ ਸੀ, ਸਾਰਿਆਂ ਨੂੰ ਤੁਹਾਨੂੰ ਸਮਝਾਇਆ ਸੀ, ਤੁਹਾਡੇ ਵੀ ਚੈਨਲ ਤੇ ਆ ਕੇ ਕਹਿੰਦਾ ਰਿਹਾ ਮੈਂ, ਭਾਈ ਉਹ ਸੈਰਗਾ ਹੈ, ਆਪਦੇ ਪੈਸੇ ਆਪ ਕੱਢਦੀ ਹੈ। ਤੇ ਅੱਜ ਚਾਚੇ ਨਹਿਰੂ ਦੇ ਸਟੈਚੂ ਬਣਾਈ ਜਾਂਦੇ ਸਾਰੇ ਰਾਜਸਥਾਨ ਚ ਕਾਂਗਰਸ ਵਾਲੇ। ਇਹੋ ਲੋਕ ਹੈ। ਇਹ ਮਤਲਬ ਜਿਹੜਾ ਕੁਛ ਠੁੱਕਦੇ ਆ ਉਹੀ ਚੱਕ ਲੈਂਦੇ ਆ ਮੁੜ ਕੇ ਫੇਰ। ਐਂ ਹੀ ਇਹਨਾਂ ਦਾ ਇਹ ਹਾਲਾਤ ਹੈ। ਇਹ ਬਿਲਕੁਲ ਤਰਕ ਸੰਗਤ ਗੱਲ ਹੈ ਕਿ ਨਵੇਂ ਸੰਸਦ ਭਵਨ ਦੀ ਸਾਨੂੰ ਜ਼ਰੂਰਤ ਸੀ। ਕਈ ਹਜ਼ਾਰਾਂ ਕਰੋੜ ਕਿਰਾਏ ਦੇ ਵਿੱਚ ਲੋਕਾਂ ਨੂੰ ਦਿੱਤਾ ਜਾ ਰਿਹਾ ਸੀ ਔਰ ਲੋਕਾਂ ਦੀ ਖੱਜਲ ਖੁਆਰੀ ਵੱਖਰੀ ਹੋ ਰਹੀ ਸੀ। ਕੰਮ ਫਾਸਟ ਨਹੀਂ ਹੁੰਦਾ ਸੀ। ਕਦੇ ਕੋਈ ਮੰਤਰੀ ਉਧਰ। ਚਲੋ ਕੁਲਦੀਪ ਜੀ, ਮੇਰਾ ਇੱਕ ਸਵਾਲ ਹੋਰ ਹੈ, ਬਾਕੀ ਥੁੱਕ ਕੇ ਚੱਟਣ ਵਾਲਿਆਂ ਨੂੰ ਤਾਂ ਮੈਂ ਜ਼ਰੂਰ ਪੁੱਛੂੰਗਾ ਭਾਈ ਕਿਉਂ ਇਹ ਕਰਦੇ ਹੋ, ਪਰ ਤੁਹਾਡੇ ਤੋਂ ਇੱਕ ਸਵਾਲ ਹੈ ਵੀ ਜਿਹੜਾ ਇਹ ਸਮਾਗਮ ਰੱਖਿਆ ਜਾ ਰਿਹਾ, ਹਰ ਕੰਮ ਨੂੰ ਈਵੈਂਟ ਬਣਾਉਣ ਦੀ ਇੱਕ ਪ੍ਰਥਾ ਸਾਡੇ ਮੁਲਕ ਦੇ ਵਿੱਚ ਤੁਰ ਗਈ ਹੈ। ਕਈ ਪਾਰਟੀਆਂ ਨੇ ਇਹੋ ਜਿਹੇ ਕੰਮ ਛੇੜ ਲਏ ਆ। ਇਹ ਤਾਂ ਜਦੋਂ ਇਹਦੇ ਵਿੱਚ ਕੋਈ ਸੈਸ਼ਨ ਕਾਲ ਕੀਤਾ ਜਾਣਾ ਸੀਗਾ, ਉਸ ਵੇਲੇ ਹੀ ਉਹਨਾਂ ਸਾਰੇ ਸੰਸਦਾਂ ਤੋਂ ਹੀ ਇਹਦਾ ਉਸ ਮੌਕੇ ਹੀ ਘੁੰਡ ਚਕਾਈ ਜਾਂ ਰੀਬਨ ਕਟਾਈ ਕਰਵਾ ਲੈਣੀ ਸੀ। ਜ਼ਰੂਰੀ ਹੈ ਕੋਈ ਇਦਾਂ ਦੀ ਖਾਸ ਤਰੀਕ ਰੱਖੀ ਰਹਿਣੀ ਚਾਹੀਦੀ? ਨਹੀਂ, ਬਿਲਕੁਲ ਇਹ ਗਲਤ ਗੱਲ ਹੈ। ਦੇਖੋ ਆਲੇ ਦੁਆਲੇ ਸਾਡੇ ਕੀ ਵਾਪਰ ਰਿਹਾ ਹੈ। ਪਾਕਿਸਤਾਨ ਖਤਮ ਹੋ ਰਿਹਾ, ਸ੍ਰੀਲੰਕਾ ਖਤਮ ਹੋ ਰਿਹਾ, ਭਾਰਤ ਬਹੁਤ ਮਜ਼ਬੂਤੀ ਨਾਲ ਉੱਤੇ ਨੂੰ ਆ ਰਿਹਾ। ਔਰ ਐਸੇ ਮੌਕੇ ਤੇ ਨਵੇਂ ਸੰਸਦ ਭਵਨ ਦਾ ਜਿਹੜਾ ਸੁਨੇਹਾ ਹੈ ਸਾਰੇ ਵਿਸ਼ਵ ਨੂੰ ਜਾਣਾ ਚਾਹੀਦਾ ਹੈ ਕਿ ਭਾਰਤ ਬਹੁਤ ਮਜ਼ਬੂਤ ਹੈ ਔਰ ਅਸੀਂ ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਾਂ। ਔਰ ਇਸ ਚੀਜ਼ ਨੂੰ ਜੇ ਨਹੀਂ, ਉਹ ਜਿਹੜੇ ਤੁਹਾਡੇ 550 ਲੋਕ ਸਭਾ ਮੈਂਬਰ ਨੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਹੋਇਆ ਇਨੈਗਰੇਸ਼ਨ, ਉਹ ਸੁਨੇਹਾ ਨਹੀਂ ਦੇਊਗਾ? ਨਹੀਂ, ਬਿਲਕੁਲ ਜੇ ਸਧਾਰਨ ਸਮਾਗਮ ਨਾਲ ਜੇ ਹੁੰਦਾ ਉਹਦੇ ਇੱਕ ਵੱਖਰਾ ਮਾਇਨੇ ਹੈ, ਪਰ ਜਿਸ ਤਰੀਕੇ ਨਾਲ ਹੁਣ ਵਿਸ਼ਵ ਪੱਧਰ ਤੇ ਗੱਲ ਹੋਣੀ ਹੈ। ਨਹੀਂ, ਵਿਸ਼ਵ ਪੱਧਰ ਤੇ ਗੱਲ ਹੋ ਗਈ, ਸੁਨੇਹਾ ਚਲਾ ਗਿਆ, 21 ਧਿਰਾਂ ਨੇ ਬਾਈਕਾਟ ਕਰਤਾ, ਹੁਣ ਕੀ ਸੁਨੇਹਾ ਜਾਊਗਾ? ਉਹ ਇਹ ਤਾਂ ਦੇਸ਼ ਵਿਰੋਧੀ ਲੋਕ ਹੈ ਜੀ, 24 ਘੰਟੇ ਦੇਸ਼ ਦਾ ਅਪਮਾਨ ਕਰਦੇ ਆ, ਦੇਸ਼ ਦੀ ਸੰਵਿਧਾਨਕ ਸੰਸਥਾਵਾਂ ਦਾ ਅਪਮਾਨ ਕਰਦੇ ਆ। ਮੈਂ ਦੱਸਦਾ ਤੁਹਾਡੇ ਦਰਸ਼ਕਾਂ ਨੂੰ, ਜਿਹੜੇ ਰਾਜਪਾਲ ਦਾ ਅਪਮਾਨ ਕਰਦੇ ਆ ਤੇ ਰਾਸ਼ਟਰਪਤੀ ਦੇ ਹੱਕ ਦੀ ਗੱਲ ਕਰਦੇ ਆ ਕਿਸ ਮੂੰਹ ਨਾਲ? ਇਹਨਾਂ ਕੋਲ ਤਾਂ ਕੋਈ ਚਿਹਰਾ ਹੀ ਹੈ ਨਹੀਂਗਾ ਲੋਕਾਂ ਨੂੰ ਦਿਖਾਉਣ ਦਾ। ਇਹ ਕਿਸ ਤਰੀਕੇ ਨਾਲ? ਜਿਹੜੇ ਲੋਕ ਅੱਜ ਨਵੀਂ ਸੰਸਦ ਦਾ ਵਿਰੋਧ ਕਰ ਰਹੇ ਆ, ਮੈਂ ਦਾਅਵੇ ਨਾਲ ਕਹਿਣਾ ਸੰਸਦ ਦਾ ਮੂੰਹ ਨਹੀਂ ਦੇਖ ਸਕਣਗੇ ਲੋਕ, ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਚਲੋ ਸੁਖਦੇਵ ਜੀ ਨੂੰ ਪੁੱਛ ਲੈਣਾ। ਸੁਖਦੇਵ ਜੀ, ਕੀ ਕਹੋਗੇ? ਬੜੇ ਤਿੱਖੇ ਹਮਲੇ ਬੋਲੇ ਗਏ ਆ, ਥੁੱਕ ਕੇ ਚੱਟਣ ਵਾਲੇ ਦੱਸਿਆ ਗਿਆ। ਮੈਂ ਤਾਂ ਥੁੱਕ ਕੇ ਚੱਟਣ ਦੀ ਧਾਰਨ ਇਹਨਾਂ ਦੀ ਪਹਿਲਾਂ ਦੱਸਤੀ ਸੀ ਵੀ ਇਹ ਉਹੀ ਸ਼ੇਖ ਅਬਦੁੱਲਾ ਨੂੰ ਕਾਤਲ ਕਹਿੰਦੇ, ਸ਼ਾਮ ਪ੍ਰਸਾਦ ਮੁਖਰਜੀ ਦਾ, ਜਿਹੜਾ ਕਿ ਇਹਨਾਂ ਦਾ ਸਭ ਤੋਂ ਵੱਡਾ ਲੀਡਰ, ਜਿਹੜਾ ਕਿ ਇਹਨੂੰ ਇਹ ਮੋਢੀ ਗਿਣਦੇ ਆਪਦੀ ਜਨਸੰਘ ਦਾ ਤੇ ਭਾਰਤੀ ਜਨਤਾ ਪਾਰਟੀ ਦਾ, ਉਹਦੇ ਮੁੰਡੇ ਨੂੰ ਇਹਨਾਂ ਨੇ ਮੰਤਰੀ ਬਣਾ ਲਿਆ ਸੀ। ਇਸ ਕਰਕੇ ਥੁੱਕ ਕੇ ਛੱਡਣ ਦਾ ਇਹ ਹੁੰਦਾ ਹੈ ਜਿਹੜਾ ਇਹਨਾਂ ਨੇ ਕੀਤਾ। ਔਰ ਦੂਜੀ ਗੱਲ, ਜਿਹੜਾ ਥੁੱਕ ਕੇ ਛੱਡਣਾ ਉਹਨੂੰ ਕਹਿੰਦੇ ਆ ਵੀ ਇਹ ਕਦੇ ਅਸੀਂ ਕੀ ਕਹਿੰਦੇ ਹੁੰਦੇ ਨੇ, ਕਹੀਏ ਇੱਥੇ ਤਾਂ ਕਹਿੰਦੇ ਨੇ ਅਸੀਂ ਛੋਟੇ ਪਾਰਟਨਰ ਸੀਗੇ, ਇਸ ਕਰਕੇ ਸਾਡੀ ਫੈਸਲਿਆਂ ਦੇ ਵਿੱਚ ਅਕਾਲੀ ਦਲ ਨਾਲ ਸਾਡੀ ਪੁੱਗਤ ਨਹੀਂ ਸੀ। ਵੀ ਭਾਈ ਫਿਰ ਜਿੱਥੇ ਉਹਨਾਂ ਦਾ ਇੱਕ ਮੰਤਰੀ ਸੀ, ਉਹਨੂੰ ਜਦੋਂ ਤੁਸੀਂ ਉਦਾਹਰਨ ਦਿੰਦੇ ਹੋ ਵੀ ਉਹਨਾਂ ਦਾ ਤਾਂ ਮੰਤਰੀ ਸੀ ਕਿਸਾਨ ਬਿੱਲਾਂ ਵੇਲੇ, ਉਹ ਤਾਂ ਵਿੱਚ ਸੀਗਾ ਔਰ ਸੀਗਾ ਵੀ ਵਿੱਚ, ਇਹ 'ਚ ਕੋਈ ਸ਼ੱਕ ਨਹੀਂ। ਔਰ ਉਹ ਗੁਣਗਾਨ ਵੀ ਕਰਦੇ ਨੇ ਬਿੱਲਾਂ ਦਾ। ਪਰ ਗੱਲ ਇਹ ਹੈ ਵੀ ਥੁੱਕ ਕੇ ਛੱਡਣਾ ਉਹਨੂੰ ਕਹਿੰਦੇ ਨੇ, ਜਿਹੜੀਆਂ ਇਹ ਗੱਲਾਂ ਮੇਰੇ ਬੁਲਾਰਾ ਬੀਜੇਪੀ ਦੇ ਵੀਰ ਜੀ ਕਹਿੰਦੇ ਨੇ।
ਪਰ ਗੱਲ ਅਗਲੀ ਗੱਲ ਜਿਹੜੀ ਮੈਂ ਕਹਿਣਾ, ਇਹ ਕਹਿੰਦੇ ਮੈਸੇਜ ਇੱਕ ਦੇਣਾ ਸੀ। ਉਹ ਮੈਸੇਜ ਅਸੀਂ ਕੀ ਦੇ ਰਹੇ ਹਾਂ? 200 ਤੋਂ ਵੱਧ MP ਤਾਂ ਤੁਹਾਡੇ ਬਗਾਵਤ ਖਿਲਾਫ ਹੋ ਗਏ, 11 ਸਟੇਟਾਂ ਖਿਲਾਫ ਹੈ, ਤੇ ਆਪਾਂ ਮੈਸੇਜ ਕੀ ਦੇ ਰਹੇ ਹਾਂ? ਮੈਸੇਜ ਤੁਸੀਂ ਸਿਰ ਜੋੜ ਕੇ ਬੈਠਦੇ ਰਾਸ਼ਟਰਪਤੀ ਤੋਂ ਕਰਾ ਲਓਗੇ। ਕੀ ਹੰਕਾਰ ਕਾਹਦਾ ਹੈ? ਹੰਕਾਰ ਤੁਸੀਂ ਇਹ ਇੱਕ ਮੈਂ ਜਿਹੜੀ ਪਹਿਲਾਂ ਗੱਲ ਕਹੀ ਹੈ ਵੀ ਇੱਕ ਮੋਦੀ ਜੀ ਹੋਈ ਹੈ, ਸਭ ਕੁਝ ਇਹੀ ਦਿਖਾਉਣ ਵਾਸਤੇ ਹੈ ਨਾ। ਹੰਕਾਰ ਤਾਂ ਇਹੀ ਹੈ, ਤੁਸੀਂ ਰਾਸ਼ਟਰਪਤੀ ਤੋਂ ਕਰਾ ਲਓ, ਮੂੰਹ ਬੰਦ ਕਰ ਦਿਓ 21 ਬੰਦਿਆਂ 21 ਪਾਰਟੀਆਂ ਦਾ। ਤੁਹਾਨੂੰ ਕੋਈ ਪ੍ਰੋਬਲਮ ਕੀ ਹੈ? ਤੁਸੀਂ ਇਹ ਕੋਈ ਈਗੋ ਹੈ? ਹੰਕਾਰ ਕਿਉਂ ਕਰਦੇ ਆਪਾਂ? ਇਹ ਹੰਕਾਰੀ ਪਾਰਟੀ ਹੈ। ਅੱਜ ਜਿਹੜੀਆਂ ਗੱਲਾਂ ਕਰ ਰਹੇ ਨੇ ਨਾ ਇੱਥੇ ਬੈਠ ਕੇ ਵੀ ਕਿਰਾਇਆ ਕਾਂਗਰਸੀਆਂ ਦੇ, ਮੈਂ ਕਹਿੰਦਾ ਕਾਂਗਰਸੀਆਂ ਦੇ ਵਸੂਲ ਲਓ। ਉਹ ਇਹ ਬੇਤਰਕੀਆਂ ਗੱਲਾਂ ਨੇ, ਉਹ ਸਾਰੀਆਂ ਉੱਥੇ ਸਰਕਾਰੀ ਬਿਲਡਿੰਗਾਂ ਨੇ। ਮੇਰੇ ਗੱਲ ਦੇ ਵਿੱਚ ਜਿਹੜੇ ਕਹਿੰਦੇ ਨਾ ਮੈਂ ਲਿਸਟ ਦੇਵਾਂਗਾ, ਮੇਰੀ ਬੇਨਤੀ ਇਹਨਾਂ ਨੂੰ ਜਨਤਕ ਕਰਨੀ ਚਾਹੀਦੀ ਹੈ ਲਿਸਟ, ਕਿਹੜੇ ਕਿਹੜੇ ਕਾਂਗਰਸੀਆਂ ਦੇ ਦਾ ਕਿਰਾਇਆ ਲੈਂਦੇ ਆ ਤੇ ਕਿਹੜੇ ਕਿਹੜੇ ਕਾਂਗਰਸੀਆਂ ਦੀ ਜੇਬ ਚੋਂ ਕਿਰਾਇਆ ਜਾਂਦਾ। ਇਸ ਕਰਕੇ ਇੱਥੇ ਬੈਠ ਕੇ ਇੱਕ ਝੂਠ ਬੋਲ ਕੇ ਨੈਰੇਟਿਵ ਬਣਾ ਕੇ ਗੱਲਾਂ ਕਰਦੀਆਂ, ਇਹਦੇ ਨਾਲ ਗੱਲ ਵਾਜਬ ਨਹੀਂ ਬਣਦੀ। ਔਰ ਫਿਰ ਇਸ ਕਰਕੇ ਮੇਰੀ ਤਾਂ ਇੱਕ ਬੇਨਤੀ ਹੈ, ਹੰਕਾਰ ਛੱਡੋ, ਹੁਣ ਵੀ ਮੌਕਾ ਹੈ। ਪਰ ਕਿਉਂਕਿ ਗੱਲ ਇਹ ਹੈ ਵੀ ਇਹਨਾਂ ਨੇ ਹੰਕਾਰ ਨੂੰ ਛੱਡਣਾ ਨਹੀਂ। ਇਹਨਾਂ ਨੇ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਵਨ ਮੈਨ ਸ਼ੋਅ ਰੱਖਿਆ ਹੋਇਆ ਹੈ, ਔਰ ਉਹੀ ਇਹ ਕਹਿੰਦਾ ਵੀ ਜੇ ਵੋਟ ਪੈਣੀ ਹੈ ਤਾਂ ਮੈਨੂੰ ਪੈਣੀ ਹੈ, ਔਰ ਉਹੀ ਉਹ ਪ੍ਰੋਜੈਕਟ ਕਰਨੀ ਚਾਹੁੰਦੇ ਨੇ ਇਹ ਪਾਰਟੀ ਵਾਲੇ। ਠੀਕ ਹੈ, ਇੱਥੇ ਮਿੱਤਲ ਸਾਹਿਬ ਨੂੰ ਪੁੱਛਣਾ ਚਾਹੂੰਗਾ, ਇੱਥੇ ਵਨ ਮੈਨ ਸ਼ੋਅ ਦਾ ਵੀ ਵਿਰੋਧ ਹੋ ਰਿਹਾ ਹੈ। ਵਨ ਮੈਨ ਸ਼ੋਅ ਤੋਂ ਸਾਰੀਆਂ ਧਿਰਾਂ ਨੂੰ ਅਪਕਮਿੰਗ ਪਾਰਟੀਜ਼ ਨੂੰ ਕਿਨਾਰਾ ਕਰਨਾ ਹੋਵੇਗਾ, ਨਹੀਂ ਤਾਂ ਉਹ ਵਿਰੋਧ ਬਾਕੀਆਂ ਨੂੰ ਵੀ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਪੈ ਸਕਦਾ। ਧਾਰਾ 370 ਵੇਲੇ NRC CA ਵੇਲੇ ਤੁਸੀਂ ਇਹਨਾਂ ਦੇ ਪੱਖ 'ਚ ਭੁਗਤੇ ਸੀ, ਹੋਰ ਕਈ ਮਸਲਿਆਂ ਤੇ ਵੀ BJP ਦੇ ਨਾਲ ਜਾਂਦੇ ਰਹੇ ਹੋ, ਰਾਸ਼ਟਰਪਤੀ ਦੀ ਚੋਣ ਵੇਲੇ ਤੱਕ ਵੀ। ਪਰ ਹੁਣ ਇਸ ਮੌਕੇ ਤੇ ਵਿਰੋਧ ਦੇ ਮਾਇਨੇ ਕੀ 2024 ਲਈ ਤਿਆਰ ਹੋ ਰਹੇ ਤੀਜੇ ਬਦਲ ਤੱਕ ਮਹਦੂਦ ਤਾਂ ਨਹੀਂ ਰਹਿਣਗੇ? ਗੱਲ ਮੈਨੂੰ ਲੱਗਦਾ ਕਿ ਆਪਾਂ ਜਿਹੜੀ ਡਿਬੇਟ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾ ਰਹੇ ਹਾਂ, ਕਿਉਂਕਿ ਹਿੰਦੁਸਤਾਨ ਦੀ ਰਾਜਨੀਤੀ ਦੇ ਜਿਹੜੇ ਹੈਗੇ ਨੇ ਉਹ ਮੁੱਦੇ ਬਦਲਦੇ ਰਹਿੰਦੇ ਨੇ। ਧਾਰਾ 370 ਦਾ ਮਸਲਾ ਕੁਝ ਹੋਰ ਸੀ, ਰਾਸ਼ਟਰਪਤੀ ਦੀ ਚੋਣ ਦਾ ਮਸਲਾ ਕੁਝ ਹੋਰ ਸੀ। ਜਿਹੜਾ ਅੱਜ ਦਾ ਜਿਹੜਾ ਮਸਲਾ ਇਹ ਹੈਗਾ ਕਿ ਹਿੰਦੁਸਤਾਨ ਦੀ ਜਿਹੜੀਆਂ ਜਮਹੂਰੀਅਤ ਕਦਰਾਂ ਕੀਮਤਾਂ ਨੇ, ਇਹ ਉਹਨਾਂ ਨੂੰ ਕਿਵੇਂ ਬਚਾਇਆ ਜਾਣਾ ਚਾਹੀਦਾ। 370 ਵੀ ਕਦਰਾਂ ਕੀਮਤਾਂ 'ਚ ਹੀ ਸ਼ੁਮਾਰ ਹੈ ਮਿੱਤਲ ਸਾਹਿਬ। ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਓਵਰਆਲ ਸਾਰਿਆਂ ਨੂੰ ਇੱਕ ਗੱਲ ਕਹਿ ਰਿਹਾ, ਜਦੋਂ ਕੋਈ ਗੱਲ ਕਿਸੇ ਪਾਰਟੀ ਦੀ ਪੋਲੀਟੀਕਲ ਲਾਈਨ ਨੂੰ ਢੁਕਦੀ ਨਹੀਂ ਹੁੰਦੀ ਤੇ ਫਿਰ ਹਰੇਕ ਕੋਈ ਅੱਜ ਕੱਲ੍ਹ ਡਿਬੇਟਸ 'ਚ ਇਹ ਗੱਲ ਕਹਿਣ ਲੱਗ ਗਿਆ ਕਿ ਡਿਬੇਟ ਗਲਤ ਪਾਸੇ ਜਾ ਰਹੀ ਹੈ। ਤੁਸੀਂ ਇਹ ਦੱਸੋ 370 ਸਾਡੇ ਮੁਲਕ ਦੀਆਂ ਕਦਰਾਂ ਕੀਮਤਾਂ ਤੋਂ ਵੱਖ ਕਿਵੇਂ ਹੋ ਗਈ ਆ? ਨਹੀਂ ਦੇਖੋ, 370 ਦਾ ਇੱਕ ਸੰਵਿਧਾਨਕ ਤੌਰ ਤੇ ਉਹਨੂੰ ਅਮੈਂਡਮੈਂਟ ਕਰਕੇ ਲੈ ਕੇ ਆਂਦਾ ਗਿਆ ਬਿੱਲ ਸੀਗਾ। ਉਹ ਸਰਕਾਰ ਨੇ ਤੈਅ ਕੀਤਾ, ਪਾਰਲੀਮੈਂਟ ਨੇ ਤੈਅ ਕੀਤਾ, ਉਹਦੇ ਵਿੱਚ ਸਾਰੀਆਂ ਪਾਰਟੀਆਂ ਜਿਹੜਾ ਹੈਗਾ ਸੀ ਉਹਦੇ ਚ ਸਾਫ਼ ਕਰਕੇ ਉਹਦੇ ਨਾਲ ਇੱਕ ਸਾਡਾ ਜਿਹੜਾ ਗੁਆਂਢੀ ਜਿਹੜਾ ਸਾਡਾ ਦੁਸ਼ਮਣ ਦੇਸ਼ ਆ ਉਹਦੇ ਨਾਲ ਇੱਕ ਮਸਲਾ ਜਿਹੜਾ ਹੈਗਾ ਸੀ ਉਹ ਕਿਤੇ ਨਾ ਕਿਤੇ ਜਾ ਕੇ ਟੱਚ ਕਰਦਾ ਸੀਗਾ। ਇਸ ਕਰਕੇ ਉਹ ਮੁੱਦਾ ਥੋੜਾ ਜਿਹਾ ਡਿਫਰੈਂਟ ਸੀਗਾ। ਤੇ ਜਿਹੜਾ ਇਹ ਮਸਲਾ ਇਹ ਟੋਟਲੀ ਹੈਗਾ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ, ਕਿਵੇਂ ਨਰਿੰਦਰ ਮੋਦੀ ਜਿਹੜੇ ਹੈਗੇ ਨੇ ਉਹ ਕੇਂਦਰ ਦੇ ਵਿੱਚ ਬਤੌਰ ਪ੍ਰਧਾਨ ਮੰਤਰੀ ਤਾਨਾਸ਼ਾਹ ਰਵੱਈਏ ਦੇ ਨਾਲ ਸਰਕਾਰ ਚਲਾ ਰਹੇ ਨੇ। ਅੱਜ ਇਹ ਤੋਂ ਗੱਲ ਸਾਬਤ ਹੋ ਗਈ ਹੈ ਕਿ ਉਹਨਾਂ ਨੇ ਰਾਸ਼ਟਰਪਤੀ ਨੂੰ ਵੀ ਜਿਵੇਂ ਦਰਕਨਾਰ ਕੀਤਾ, ਤੇ ਇਹ ਗੱਲ ਕਲੀਅਰ ਹੋ ਗਈ ਹੈ ਕਿ ਮੋਦੀ ਇੱਕ ਕਲੀਅਰ ਮੈਸੇਜ ਦੇਣਾ ਚਾਹੁੰਦੇ ਨੇ, BJP ਇੱਕ ਕਲੀਅਰ ਮੈਸੇਜ ਦੇਣਾ ਚਾਹੁੰਦੀ ਹੈ कि नरेंद्र मोदी के ऊपर हिंदुस्तान में कोई नहीं है। अगर नरेंद्र मोदी के ऊपर जाने की कोशिश करोगे, अगर उन्होंने खिलाफ बोलोगे तो FIR होंगी, ईडी रेड होंगी, CBI रेड होंगी और काम फड़के जो है जिन्होंने छुट दिता जाएगा। अज अगर तालीवाल साहब बोल रहे थे छुट के चटन की गल हुई, अगर मैं गल करा कि तृणमूल कांग्रेस ममता बनर्जी भी BJP की सरकार में रेल मंत्री रहे ने, JDU नाल भी उन्होंने गठ जोड़ रहा, शिवसेना नाल भी उन्होंने गठ जोड़ रहा, ते इस करके इहदा पार्टियां ने क्यों BJP का साथ छड्डिया, क्यों किनारा किया? एक बड़ी सोचने वाली गल हैगी आ। आज देश के अंदर नरेंद्र मोदी के खिलाफ BJP के खिलाफ एक बड़ी हवा चल रही है, जिहड़ा तुहानूं रिजल्ट 2024 के देखने को मिलेगा। ਅੱਜ अगर ਇਹ ਪਾਰਟੀ ਨੇ ਬਾਈਕਾਟ ਕੀਤਾ ਤੇ ਇਸੇ ਕਰਕੇ ਕੀਤਾ ਕਿ ਭਾਰਤੀ ਸੰਵਿਧਾਨ ਨੂੰ ਕਿਤੇ ਨਾ ਕਿਤੇ BJP ਦੀ ਕੇਂਦਰ ਸਰਕਾਰ ਤੋਂ ਖਤਰਾ ਮਹਿਸੂਸ ਹੋ ਰਿਹਾ ਹੈ। ਅੱਜ BJP ਜਿਸ ਤਰੀਕੇ ਨਾਲ ਭਾਰਤੀ ਸੰਵਿਧਾਨ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਸਭ ਦੇ ਸਾਹਮਣੇ ਹੈ। ਅੱਜ ਨਵੀਂ ਪਾਰਲੀਮੈਂਟ ਦਾ ਉਦਘਾਟਨ ਹੋ ਰਿਹਾ ਹੈ। ਠੀਕ ਹੈ, ਮੈਂ ਤੇ ਪੀਰ ਮੁਹੰਮਦ ਸਾਹਿਬ ਨੂੰ ਜ਼ਰੂਰ ਪੁੱਛਣਾ ਚਾਹੁੰਦਾ ਮਿੱਤਲ ਸਾਹਿਬ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਵਿਰੋਧੀ ਹਵਾਵਾਂ ਚੱਲ ਰਹੀਆਂ ਨੇ ਤੇ ਅਕਾਲੀ ਦਲ ਇਹਨਾਂ ਵਿਰੋਧੀ ਹਵਾਵਾਂ ਚੋਂ ਕਿਹੜੀ ਖੁਸ਼ਬੂ ਲੱਭਦਾ ਫਿਰਦਾ? ਪੀਰ ਮੁਹੰਮਦ ਜੀ ਦੇਖੋ, ਇਹ ਜਿਹੜੀ ਹੈ ਨਾ ਦੇਸ਼ ਦੀ ਰਾਜਨੀਤੀ ਔਰ ਰਾਜਨੀਤਿਕ ਪਾਰਟੀ, ਇਹਦਾ ਜਿਹੜਾ ਮਾਈਂਡ ਸੈਟਅਪ ਹੈ ਉਹ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ, ਆਪ ਵਾਲਿਆਂ ਨੇ, ਮਿੱਤਲ ਸਾਹਿਬ ਨੇ, ਕਿ ਪਿਕ ਐਂਡ ਚੂਜ਼ ਦੀ ਰਾਜਨੀਤੀ ਚੱਲ ਰਹੀ ਹੈ। ਕਿਹੜੇ ਕੀ ਕਦਮ ਚੱਕਣਾ ਹੈ ਤੇ ਕਿਵੇਂ ਚੱਕਣਾ ਹੈ ਤੇ ਫਿਰ ਉਹਨੂੰ ਕਿਵੇਂ ਜਸਟੀਫਾਈ ਕਰਨਾ। ਪਰ ਜਦ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਹੈ, ਸਾਡੇ ਸਾਹਮਣੇ ਜਿਹੜੀ ਇਹ ਕਾਂਗਰਸ ਖੜੀ ਹੈ, ਤੁਸੀਂ ਕੋਈ ਇੱਕ ਮੌਕਾ ਦੱਸ ਦਿਓ, ਉਦੋਂ
ਸ਼੍ਰੋਮਣੀ ਅਕਾਲੀ ਕਾਂਗਰਸ ਨੇ ਕੋਈ ਇੱਕ ਜਗ੍ਹਾ ਇਕੱਠੇ ਬੈਠ ਕੇ ਕੋਈ ਫੈਸਲਾ ਕੀਤਾ ਹੋਵੇ। ਇੱਕ ਸਮਾਂ ਸੀ ਜਦੋਂ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਅਸੀਂ ਉਸ ਵੇਲੇ ਦੀ ਲੀਡਰਸ਼ਿਪ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਹੈ ਸੀ ਕਾਰਨ, ਲੇਕਿਨ ਹੁਣ ਮੌਜੂਦਾ ਸਮੇਂ ਦੇ ਵਿੱਚ ਇਹੋ ਜਿਹੇ ਬਣ ਗਏ ਨੇ ਕਿ ਜਦੋਂ ਕੋਈ ਵੀ ਫੈਸਲਾ ਲੈਣਾ ਹੈ ਤਾਂ ਫਿਰ ਉਹ ਗੱਠਜੋੜ ਦੀ ਰਾਜਨੀਤੀ ਹੈ, ਉਹਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲੈ ਜਾਂਦੇ। ਨਹੀਂ, ਪੰਜਾਬ 'ਚ ਤਾਂ ਬੀਜੇਪੀ ਨੇ ਦਿਖਾਤਾ ਪੀਰ ਮੁਹੰਮਦ ਸਾਹਿਬ ਕਿ ਉਹ ਇਕੱਲੇ ਚੋਣਾਂ ਲੜਨ ਦੇ ਸਮਰੱਥ ਹੈ, ਔਰ ਉਹਨਾਂ ਨੇ ਜਲੰਧਰ ਦੇ ਵਿੱਚ, ਸੰਗਰੂਰ ਦੇ ਵਿੱਚ ਇਹ ਕਰਕੇ ਵੀ ਵਿਖਾਤਾ ਹੈ। ਜਲੰਧਰ ਦੇ ਸੰਗਰੂਰ 'ਚ ਕੀ ਹੋਇਆ? ਇੱਕ ਦੀ ਨਿਕਲ ਗਈ, ਇੱਕ ਸਾਡੀ ਨਿਕਲ ਗਈ। ਜੇ ਇਕੱਠੇ ਹੁੰਦੇ ਦੋਵੇਂ ਹੀ ਜਿਹੜੀ ਇਸ ਕਰਕੇ ਇੰਜ ਨਹੀਂ ਹੁੰਦਾ। ਰਾਜਨੀਤੀ ਦੇ ਵਿੱਚ ਬਹੁਤ ਕੁਝ ਵਿਚਾਰਨ ਦੀ ਲੋੜ ਹੈ, ਔਰ ਉਸ ਦੇ ਵਿੱਚ ਦੇਖੋ ਬੀਜੇਪੀ ਦੀ ਵੀ ਮਜਬੂਰੀ ਨਹੀਂ। ਪੀਰ ਮੁਹੰਮਦ ਸਾਹਿਬ ਇਹਨੂੰ ਏਦਾਂ ਨਹੀਂ ਕਹਿ ਸਕਦੇ ਕਿ ਜੇ ਇਕੱਠੇ ਹੁੰਦੇ ਸੀਟ ਕੱਢ ਲੈਂਦੇ। ਕੀ ਪਤਾ ਉਹ ਕੀ ਉਗੜਨਾ ਸੀਗਾ, ਜਿਵੇਂ ਉਹ ਲਲਾਰੀ ਕਹਿੰਦਾ ਨਾ, ਰੰਗ ਜਿਹੜਾ ਮਰਜ਼ੀ ਕਰਾ ਲਓ ਉਗੜੂ ਬੈਂਗਣੀ। ਗੱਲ ਉਹ ਹੈ ਵੀ ਕੀ ਪਤਾ ਇਹਦੇ ਵਿੱਚ ਉਹ ਰੰਗ ਉਗੜਨਾ ਸੀ ਕਿ ਨਹੀਂ ਉਗੜਨਾ ਸੀਗਾ, ਕੀ ਪਤਾ ਇਦੋਂ ਵੀ ਥੱਲੇ ਚਲਾ ਜਾਂਦਾ ਕੰਮ। ਮੇਰੀ ਗੱਲ ਸੁਣੋ, ਹੁਣ ਜਦੋਂ ਰਾਸ਼ਟਰਪਤੀ ਦੇ ਮੁੱਦੇ ਤੇ ਕਾਂਗਰਸ ਤੇ ਇਕੱਠੀ ਹੋਈ ਹੈ ਫਿਰ ਉੱਥੇ ਵੀ ਇਕੱਠੇ ਹੋ ਜਾਂਦੇ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ। ਵਿੱਚ ਸਾਡੇ ਸਾਹਮਣੇ ਜਿਹੜਾ ਮੇਨ ਸਵਾਲ ਹੈ ਕਿ ਜਿਹੜਾ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੋਦੀ ਸਾਹਿਬ, ਉਹਨਾਂ ਨੇ ਆਪ ਨਿੱਜੀ ਦਿਲਚਸਪੀ ਲੈ ਕੇ ਪਾਰਲੀਮੈਂਟ ਦੀ ਬਿਲਡਿੰਗ ਬਣਾਈ ਹੈ ਤੇ ਕਿਸੇ ਜਿਹੜੇ ਲੋਕ ਸਭਾ ਦੇ ਸਪੀਕਰ ਤੇ ਉਹਨਾਂ ਨੇ ਜਿਨ੍ਹਾਂ ਨੂੰ ਸੱਦਾ ਦਿੱਤਾ ਆ ਜਾਣਗੇ ਤੇ ਉਹਦਾ ਉਦਘਾਟਨ ਹੋ ਜਾਏਗਾ। ਇਹਦੇ ਵਿੱਚ ਰੌਲੇ ਵਾਲੀ ਤਾਂ ਕੋਈ ਗੱਲ ਨਹੀਂ, ਕੋਈ ਰੌਲੇ ਵਾਲੀ ਗੱਲ ਨਹੀਂ। ਪਰ ਮੈਂ ਤੁਹਾਡੀ ਦਿਲਚਸਪੀ ਜਾਣਨਾ ਚਾਹੁੰਦਾ, ਅਕਾਲੀ ਦਲ ਦੀ ਦਿਲਚਸਪੀ ਜਾਣਨਾ ਚਾਹੁੰਦਾ। ਬੀਜੇਪੀ ਨਾਲ ਮੁੜ ਜਾਣ ਦੀ ਹੈ, ਮੁੜ ਤੋਂ ਸਾਂਝ ਪਾਉਣ ਦੀ ਹੈ? ਦੇਖੋ ਜਿਹੜੀਆਂ ਹੁੰਦੀਆਂ ਨੇ ਨਾ, ਇਹ ਜਿਹੜੇ ਰਿਸ਼ਤੇ ਹੁੰਦੇ ਆ, ਇਹ ਦੋਨੋਂ ਪਾਸਿਓਂ ਇਸ ਸਾਰਥਕ ਮਾਹੌਲ ਤਾਂ ਹੀ ਸਿਰੇ ਚੜ੍ਹਦੇ ਹੁੰਦੇ ਆ। ਇਸ ਕਰਕੇ ਜੇ ਕੋਈ ਹੰਕਾਰ ਆ ਉਹਦਾ ਘਟਾਉਣਗੇ ਉਸ ਤੇ ਵੀ ਵਿਚਾਰ ਹੋ ਸਕਦਾ। ਠੀਕ ਹੈ। ਤੇ ਬੀਐਸਪੀ ਦਾ ਇਹਦੇ ਉੱਤੇ ਵਿਸਟਾ ਪ੍ਰੋਜੈਕਟ ਉਦਘਾਟਨੀ ਸਮਾਰੋਹ ਤੇ ਕੀ ਉਹਨਾਂ ਦਾ ਸਟੈਂਡ ਹੈ, ਬੀਐਸਪੀ ਦਾ, ਬਹੁਜਨ ਸਮਾਜ ਪਾਰਟੀ ਦਾ? ਦੇਖੋ, ਬਹੁਜਨ ਸਮਾਜ ਪਾਰਟੀ ਨੂੰ ਪੁੱਛੋ, ਬਹੁਜਨ ਸਮਾਜ ਪਾਰਟੀ ਸਾਡੇ ਨਾਲ ਹੈ, ਉਹਨਾਂ ਗੱਲ ਦਾ ਵਿਰੋਧ ਤਾਂ ਨਹੀਂ ਕੀਤਾ। ਠੀਕ ਹੈ। ਨਹੀਂ, ਮੈਂ ਤਾਂ ਤੁਹਾਡੇ ਤੋਂ ਪੁੱਛਣਾ ਚਾਹ ਰਿਹਾ, ਮੈਨੂੰ ਤਾਂ ਪਤਾ ਨਹੀਂ ਉਹਨਾਂ ਨੇ ਵਿਰੋਧ ਕੀਤਾ ਜਾਂ ਉਹ ਜਾਣਗੇ ਜਾਂ ਨਹੀਂ ਜਾਣਗੇ। ਉਹਨਾਂ ਦੇ ਬੁਲਾਰੇ ਵੱਖਰੇ ਨੇ, ਲੇਕਿਨ ਇੱਕ ਗੱਠਜੋੜ ਦੀ ਰਾਜਨੀਤੀ ਦੇ ਵਿੱਚ ਅਸੀਂ ਇਕੱਠੇ ਹਾਂ। ਜਦੋਂ ਕੋਈ ਗੱਠਜੋੜ ਦਾ ਫੈਸਲਾ ਆਵੇਗਾ ਉਦੋਂ ਤੁਹਾਨੂੰ ਦੱਸ ਦਿਆਂਗੇ। ਪਰ ਨਹੀਂ ਨਾ, ਸਕੂਟਰ ਤਾਂ ਦੋ ਟਾਇਰਾਂ ਦੇ ਗੱਠਜੋੜ ਨਾਲ ਹੀ ਚੱਲਦਾ ਨਾ, ਐ ਤਾਂ ਨਹੀਂ ਹੈਗਾ ਮਗਰਲਾ ਪਹੀਆ ਕਿਤੇ ਹੋਰ ਚੱਲੂ ਤੇ ਮੂਹਰਲਾ ਕਿਤੇ ਹੋਰ ਚੱਲੂ। ਮਗਰਲੇ ਪਹੀਏ ਨੇ ਅਜੇ ਤੱਕ ਕੋਈ ਇਸ ਗੱਲ ਦਾ ਕੋਈ ਖੰਡਨ ਤਾਂ ਨਹੀਂ ਕੀਤਾ ਕਿ ਜਿਹੜੇ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਕਿ। ਚਲੋ ਮੈਂ ਧਾਲੀਵਾਲ ਸਾਹਿਬ ਨੂੰ ਪੁੱਛ ਲੈਣਾ, ਕੁਲਦੀਪ ਜੀ, ਬੀਐਸਪੀ ਦਾ ਕੀ ਹੈ, ਵਿਰੋਧ ਹੈ ਕਿ ਪੱਖ ਦੇ ਵਿੱਚ ਨੇ ਜੀ, ਆ ਰਹੇ ਨੇ ਤੁਹਾਡੇ ਨਾਲ? ਤੁਸੀਂ ਸੁੱਤੀਆਂ ਗੱਲਾਂ ਨਾ ਜਗਾਇਆ ਕਰੋ। ਨਹੀਂ, ਧਾਲੀਵਾਲ ਸਾਹਿਬ ਬਹੁਤ ਸੀਨੀਅਰ ਜਰਨਲਿਸਟ ਹੈ, ਇਹਨਾਂ ਨੂੰ ਪਤਾ ਹੈ ਕਿਸ ਤਰੀਕੇ ਨਾਲ ਕੁਐਸਚਨ ਕਰਨਾ ਹੈ। ਮੈਂ ਆਪਦਾ ਜਵਾਬ ਦੇ ਦਿੰਦਾ। ਮਹਾਰਾਜ, ਮੈਨੂੰ ਬੀਐਸਪੀ ਬਾਰੇ ਕੋਈ ਜਾਣਕਾਰੀ ਨਹੀਂ। ਠੀਕ ਹੈ, ਚਲੋ ਮੈਂ ਕਿਉਂਕਿ ਗੱਲ ਇਹਦੇ ਵਿੱਚ ਹੋ ਹੀ ਗਈ ਹੈ ਤੇ ਸਾਰਿਆਂ ਨੇ ਆਪੋ ਆਪਣਾ ਪੱਖ ਰੱਖ ਦਿੱਤਾ। ਮੈਂ ਨਹੀਂ ਚਾਹੁੰਦਾ ਕਿ ਆਪਾਂ ਇਸ ਗੱਲ ਨੂੰ ਹੋਰ ਬਹੁਤਾ ਵਧਾਈਏ। ਤੁਸੀਂ ਸਭਾ ਹਾਂਜੀ ਸੁਖਦੇਵ ਜੀ ਕੁਝ ਕਹਿਣਾ ਚਾਹ ਰਹੇ, ਰੱਖ ਲਓ ਗੱਲ। ਮੈਂ ਨਾ ਇੱਕੋ ਗੱਲ ਕਰਨੀ ਚਾਹੁੰਦਾ ਸੀ। ਇੱਕ ਤਾਂ ਬੀਐਸਪੀ ਨੇ ਹਜੇ ਆਪਣਾ ਪੱਖ ਕਲੀਅਰ ਨਹੀਂ ਕੀਤਾ ਵੀ ਜਾਣਾ ਜਾਂ ਨਹੀਂ ਜਾਣਾ। ਦੂਜੀ ਗੱਲ ਜਿਹੜੀ 370 ਦੀ ਕੀਤੀ ਹੈ ਨਾ, ਇੱਥੇ ਆਨੰਦਪੁਰ ਦੇ ਮਤੇ ਵਾਲਿਆਂ ਨੇ ਵੀ ਉਹ 370 ਤੇ ਸਟੇਟ ਨੂੰ ਤੋੜਨ ਦੀ ਗੱਲ, ਸਟੇਟ ਨੂੰ ਤੋੜਨ ਦੇ ਵਿੱਚ ਲਿਖਿਆ ਸੰਵਿਧਾਨ ਦੇ ਵਿੱਚ ਵੀ ਵਿਧਾਨ ਸਭਾ ਦਾ ਮਤਾ ਜ਼ਰੂਰੀ ਹੈ, ਔਰ ਉੱਥੇ ਪ੍ਰੈਜ਼ੀਡੈਂਟ ਰੂਲ ਲਾ ਕੇ ਤੋੜਿਆ ਗਿਆ, ਉਹਨੂੰ ਵੀ ਤੋੜਿਆ ਗਿਆ। ਜਿਹੜੇ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲਿਆਂ ਨੇ ਵੀ ਇਹਦੇ ਉਹ ਅਧਿਕਾਰਾਂ ਦਾ ਹਨਨ ਨਹੀਂ ਕੀਤਾ, ਉਹਦੇ ਹੱਕ 'ਚ ਵੋਟ ਪਾ ਕੇ। ਮੈਂ ਇੰਨੀ ਕੀ ਬੇਨਤੀ ਕਰਨੀ ਚਾਹੁੰਦਾ ਸੀ ਬਸ। ਚਲੋ ਠੀਕ ਹੈ। ਇਹਦੇ ਉੱਤੇ ਪਹਿਲਾਂ ਵੀ ਕਈ ਦਫਾ ਤੋੜਨ ਦੀ ਨਹੀਂ, ਦੇਸ਼ ਨੂੰ ਤੋੜਨ ਦੀ ਗੱਲ ਸੀ। 370 ਉਹਦਾ ਸਟੇਟ ਨਾਲ ਨਾ ਸੰਬੰਧ ਜੋੜਿਆ। ਚਲੋ ਸਟੇਟ ਵੀ ਤੋੜੀ ਨਾਲ ਹੀ, ਸਟੇਟ ਵੀ ਤੋੜੀ ਨਾਲ ਹੀ, ਸਟੇਟ ਵੀ ਤੋੜੀ। ਕੋਈ ਦੇਸ਼ ਨਹੀਂ ਟੁੱਟਿਆ, 70 ਸਾਲ ਚੱਲਦਾ ਰਿਹਾ ਦੇਸ਼ ਨੂੰ ਕੋਈ ਨਹੀਂ ਟੁੱਟਿਆ ਮਹਾਰਾਜ। ਔਰ ਤੁਸੀਂ ਨਾਲ ਸਟੇਟ ਤੋੜਦੀ ਔਰ ਪ੍ਰੈਜ਼ੀਡੈਂਟ ਰੂਲ ਲਾ ਕੇ ਵਿਧਾਨ ਸਭਾ ਦਾ ਇਸ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ, ਸੰਵਿਧਾਨ ਦੀਆਂ ਧੱਜੀਆਂ ਉਡਾਈਆਂ, ਸੰਵਿਧਾਨ ਦੀਆਂ ਧੱਜੀਆਂ ਉਡਾਈਆਂ। ਸੰਵਿਧਾਨ ਉਹ ਮੈਂ ਕਹਿੰਦਾ ਭਾਈ, ਪਾਕਿਸਤਾਨ ਨਾਲ ਤੁਸੀਂ ਸੀਗੇ ਜਦੋਂ ਹਿੰਦੂ ਮਹਾਸਭਾ ਤੇ ਇਕੱਠੀ ਬਣੀ ਹੈ ਤੁਹਾਡੀ ਮੁਸਲਿਮ ਲੀਗ। ਇਹ ਦੋਨਾਂ ਦਾ ਜਨਮ ਇਕੱਠਾ ਹੋਇਆ। ਕਾਂਗਰਸ ਦੇ ਨਾਲ ਨਹੀਂ ਜਨਮ ਹੋਇਆ ਹੈ। ਮੁਸਲਿਮ ਲੀਗ ਤੇ ਜਿਹੜੀ ਹਿੰਦੂ ਮਹਾਸਭਾ ਇਕੱਠੀਆਂ ਜੰਮੀਆਂ ਨੇ, ਔਰ ਦੋਨਾਂ ਨੇ ਰਲ ਕੇ ਤੁਸੀਂ ਇਹ ਖੇਡ ਖੇਡੀ ਹੈ ਸਾਰੀ। ਉਹ ਇਕੱਠੀਆਂ, ਜੇ ਉਹ ਇਕੱਠੀਆਂ ਬਣ ਗਿਆ, ਤੁਸੀਂ ਮੁਸਲਿਮ ਲੀਗ ਵੱਲ ਕਿਉਂ ਜਾ ਰਹੇ ਹੋ? ਅਸੀਂ ਕਿਹੜਾ ਮੁਸਲਿਮ ਲੀਗ ਵੱਲ ਜਾਂਦੇ ਆ? ਅਸੀਂ ਤਾਂ ਨਾ ਹਿੰਦੂ, ਨਾ ਅਸੀਂ ਮੁਸਲਿਮ ਲੀਗ ਵੱਲ ਜਾਈਏ, ਨਾ ਅਸੀਂ ਹਿੰਦੂ ਮਹਾਸਭਾ ਵੱਲ ਜਾਈਏ।
ਜੇ ਲੋਕ ਵੀ ਨਹੀਂ ਗਏ ਤੁਹਾਡੇ ਨਾਲ, ਜਿਹੜਾ ਤੁਸੀਂ ਵੀ ਬੁਲਬੁਲ ਤੇ, ਉਹ ਤੁਹਾਡੇ ਹੀ ਸਾਬਰਕਾਰ ਬੁਲਬੁਲ ਤੇ ਚੜ ਕੇ ਆਉਂਦੇ ਸੀ, ਹੋਰ ਕੋਈ ਨਹੀਂ ਸੀ ਆਉਂਦਾ, ਤੇ ਉਹ ਬੁਲਬੁਲ ਤੋਂ ਜੇਲ੍ਹ 'ਚ ਚੱਲ ਜਾਂਦੇ ਸੀ। ਚਲੋ ਮੈਂ ਨਹੀਂ ਚਾਹੁੰਦਾ, ਮੈਂ ਨਹੀਂ ਚਾਹੁੰਦਾ ਚਾਹੁੰਦਾ ਇੱਕ ਬੜੇ ਸਾਰਥਕ ਮਾਹੌਲ ਦੇ ਵਿੱਚ ਆਪਣੀ ਚਰਚਾ ਹੋਈ, ਆਪਾਂ ਇਸ ਵਾਲੇ ਪਾਸੇ ਜਾਈਏ। ਨਾ ਤਾਂ ਦੇਖੋ ਗਰੀਬੀ ਹਟਾਓ ਦਾ ਨਾਰਾ ਦੇ ਕੇ ਮੁਲਕ ਚੋਂ ਗਰੀਬੀ ਹਟੀ ਹੈ, ਤੇ ਨਾ ਹੀ ਇਹ ਨਾਰਾ ਦੇ ਕੇ ਕਿ ਅਸੀਂ ਕਿਸਾਨਾਂ ਦੀ ਆਮਦਨੀ ਦੁੱਗਣੀ ਕਰ ਦਾਂਗੇ, ਹਰ ਸਾਲ 2 ਕਰੋੜ ਨੌਕਰੀ, ਉਹ ਵੀ ਹਾਲੇ ਤੱਕ ਵਾਅਦਾ ਜਿਹੜਾ ਹੈ ਉਹ ਸਿਰੇ ਨਹੀਂ ਲੱਗਿਆ। ਕਿ ਤੀਜਾ ਰੂਪ, ਕੋਈ ਨਵਾਂ ਰੰਗ ਮੁਲਕ ਦੀ ਰਾਜਨੀਤੀ 'ਚ ਲੈ ਕੇ ਆਊਗਾ, ਇਹ 24 ਤੋਂ ਬਾਅਦ ਸਾਨੂੰ ਵੇਖਣ ਨੂੰ ਮਿਲੇਗਾ। ਇਸ ਚਰਚਾ ਨੂੰ ਮੈਂ ਇਹਨਾਂ ਸ਼ਬਦਾਂ ਨਾਲ ਇੱਥੇ ਵਿਰਾਮ ਦੇਣਾ, ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਅਸੀਂ ਮਸ਼ਕੂਰ ਹਾਂ, ਸਮਾਂ ਕੱਢ ਕੇ ਤੁਸੀਂ ਆਏ। ਸਤਿ ਸ੍ਰੀ ਅਕਾਲ। ਸੋ ਅੱਜ ਦੀ ਸਪੋਕਸਮੈਨ ਡਿਬੇਟ 'ਚ ਇੰਨਾ ਹੀ, ਕਿਸੇ ਹੋਰ ਵਿਸ਼ੇ ਨਾਲ ਮਿਲਾਂਗੇ, ਉਦੋਂ ਤੱਕ ਲਈ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।